ਜਿਵੇਂ ਅਸੀਂ ਸਕੂਲ ਟੈਕਸ ਪੇ ਕਰਦੇ ਹਾਂ ਜਾਂ ਅਸੀਂ ਹੋਰ ਟੈਕਸ ਪੇ ਕਰਦੇ ਹਾਂ, ਸੂਅਰ ਦਾ ਟੈਕਸ ਪੇ ਕਰਦੇ ਹਾਂ, ਗਾਰਬੇਜ ਪਿਕਅਪ ਦਾ ਕਰਦੇ ਹਾਂ, ਇਸੇ ਤਰ੍ਹਾਂ ਅਸੀਂ ਸੈਮੇਟਰੀ ਕਬਰਸਤਾਨ ਬਣੇ ਹੋਏ ਨੇ, ਉਹ ਕਬਰਾਂ ਦਾ ਵੀ ਅਸੀਂ ਪੇ ਕਰਦੇ ਹਾਂ, ਲੇਕਿਨ ਅਸੀਂ ਉਦੋਂ ਵਰਤਦੇ ਨਹੀਂ। ਚੋਰੀ ਛਿਪੇ ਕਿਸ਼ਤੀ 'ਚ ਹਨੇਰੇ ਸਵੇਰੇ ਜਾ ਕੇ ਤੁਸੀਂ ਆਪਣੀਆਂ ਅਸਥੀਆਂ ਸੁੱਟ ਕੇ ਤੁਮ ਵਾਪਸ ਆ ਜਾਂਦੇ ਹੋ। ਜੇ ਮਿਨਿਸਟਰੀ ਆਫ ਇਨਵਾਇਰਨਮੈਂਟ ਦੇ ਇੰਸਪੈਕਟਰ ਜਾਂ ਕੋਈ ਹੋਰ ਉੱਥੇ ਫੜ ਲੈਂਦੇ ਨੇ, ਉਹ ਤੁਹਾਨੂੰ ਜੁਰਮਾਨਾ ਕਰ ਸਕਦੇ ਨੇ। ਜਦੋਂ ਸੰਸਕਾਰ ਕਰਦੇ ਸੀ ਉਹ ਜੰਗਲਾਂ ਵਿੱਚ ਜਾ ਕੇ, ਉਹ ਜੰਗਲਾਂ ਵਿੱਚ ਸੰਸਕਾਰ ਕਰਨ ਦਾ ਹੌਲੀ ਹੌਲੀ ਜੋ ਮੇਨ ਸਟ੍ਰੀਮ ਕਮਿਊਨਿਟੀ ਸੀ, ਗੋਰੀ ਕਮਿਊਨਿਟੀ ਸੀ, ਉਹਨਾਂ ਨੂੰ ਪਤਾ ਲੱਗ ਗਿਆ। ਅਖਬਾਰ ਦੇ ਵਿੱਚ ਖਬਰ ਛਪੀ, ਹਿੰਦੂਜ਼ ਬਰਨਿੰਗ ਬਾਡੀਜ਼। ਕਈ ਵਾਰੀ ਆਪਾਂ ਕਿਉਂ ਉੱਥੇ ਜਾਂਦੇ ਹਾਂ, ਕੀਰਤਪੁਰ ਸਾਹਿਬ ਜਾਂ ਹਰਦਿਆਲ ਸਾਹਿਬ, ਇਹ ਪਵਿੱਤਰ ਹੋ ਜੇ, ਇਹਦੀ ਮੁਕਤੀ ਹੋ ਜੇ, ਆਹ ਹੋ ਜੂਗੀ। ਸਰੀਰ ਦਾ ਇਹਦੇ ਨਾਲ ਕੋਈ ਕੰਸਰਨ ਨਹੀਂ ਹੈ। ਲੋਕਲ ਸਰਕਾਰਾਂ ਸੈਮੇਟਰੀ ਦਾ ਟੈਕਸ ਸਾਤੋਂ ਲੈ ਕੇ ਇਸ ਦੇ ਬਾਵਜੂਦ ਹੁੰਦੇ ਹੋਏ ਵੀ ਅਸੀਂ ਉੱਥੇ ਜਾਣਾ ਨਹੀਂ। ਸਾਡੇ ਵਾਸਤੇ ਕੋਈ ਸਾਡਾ ਅਸਥੀਆਂ ਦਾ ਜੁਗਾੜ ਨਹੀਂ ਕਰ ਸਕਦੇ, ਅਸੀਂ ਉਹ ਇਸ ਪ੍ਰੈਸ਼ਰ ਪਵਾ ਕੇ ਉਹਨਾਂ ਤੋਂ ਬਣਵਾ ਨਹੀਂ ਸਕਦੇ। ਹਜ਼ਾਰਾਂ ਦੀ ਗਿਣਤੀ 'ਚ ਸਾਡੇ ਲੋਕ ਹੀ ਨੇ, ਹੋਰੇ ਵੀ ਕਈ ਅਸਥੀਆਂ ਆਪਣੀਆਂ ਜਲ ਪ੍ਰਵਾਹ ਕਰਦੇ ਨੇ। ਸੋ ਕਿਤੇ ਐਸਾ ਨਾ ਹੋਏ ਅਸੀਂ ਫਰੇਜ਼ਰ ਵਿੱਚ ਬਣਵਾ ਲਈਏ ਕਹਿ ਕਹਾ ਕੇ, ਔਰ ਉੱਥੇ ਫਿਰ ਇਸ ਤਰ੍ਹਾਂ ਹੱਡੀਆਂ ਜਮ੍ਹਾਂ ਹੋ ਜਾਣ ਅਤੇ ਉਹਦੇ ਨਾਲ ਕਈ ਕਿਸਮ ਦੀਆਂ ਦਿੱਕਤਾਂ ਪਬਲਿਕ ਦੇ ਵਿੱਚ ਹੋਰ ਅਸੰਤੁਸ਼ਟੀ ਵੱਧ ਜਾਏ ਸਾਡੇ ਪ੍ਰਤੀ। ਜਿਹੜੀ ਅਗਲੀ ਗੱਲ ਚੱਲਣੀ ਹੈ ਉਹ ਸਾਡੇ ਭਾਈਚਾਰੇ ਦਾ ਇੱਕ ਬਹੁਤ ਨਾਜ਼ੁਕ ਇਸ਼ੂ ਹੈ। ਉਹ ਇਹ ਹੈ ਕਿ ਅਸੀਂ ਫਿਊਨਰਲ ਹੋਮਸ ਤਾਂ ਬਣਾ ਲਏ ਨੇ। ਸਾਡਾ ਫਿਊਨਰਲ ਹੋਮ ਇੱਕ ਰਿਵਰ ਸਾਈਡ ਦੇ ਉੱਤੇ ਅਤੇ ਦੂਸਰਾ ਐਬਸਫੋਰਡ ਦੇ ਵਿੱਚ, ਇੱਕ ਡੈਲਟਾ ਦੇ ਵਿੱਚ, ਉਹ ਲਗਾਤਾਰ ਚੱਲ ਰਹੇ ਹਨ। ਵੱਧ ਰਹੀ ਆਬਾਦੀ ਦੇ ਮੱਦੇਨਜ਼ਰ ਇਹ ਫਿਊਨਰਲ ਹੋਮਸ ਵੀ ਹੁਣ ਇੱਥੇ ਇੰਤਜ਼ਾਰ ਕਰਨੀ ਪੈਂਦੀ ਹੈ। ਸ਼ਾਇਦ ਇੱਕ ਜਾਂ ਦੋ ਹੋਰ ਫਿਊਨਰਲ ਹੋਮ ਵੀ ਬਣਨਗੇ, ਲੇਕਿਨ ਜਿਹੜੀਆਂ ਅਸਥੀਆਂ ਨੇ ਅਸੀਂ ਆਪਣੇ ਮਿੱਤਰ ਪਿਆਰਿਆਂ ਦੀਆਂ, ਆਪਣੇ ਦੋਸਤਾਂ ਬਜ਼ੁਰਗਾਂ ਦੀਆਂ, ਉਹ ਇੱਥੇ ਪਾਉਣ ਬਾਰੇ ਸਲਾਹ ਕਰ ਰਹੇ ਆ। ਭਾਈਚਾਰੇ ਦੇ ਵਿੱਚੋਂ ਇਹ ਆਵਾਜ਼ ਉੱਠੀ ਹੈ, ਲਗਾਤਾਰ ਉੱਠਦੀ ਰਹੀ ਹੈ, ਕਿਉਂਕਿ ਕੀਰਤਪੁਰ ਜਾਂ ਹਰਿਦੁਆਰ ਹੁਣ ਲੋਕ ਆਪਣੇ ਪਿਆਰਿਆਂ ਦੀਆਂ ਅਸਥੀਆਂ ਲੈ ਕੇ ਨਹੀਂ ਜਾਣਾ ਚਾਹੁੰਦੇ। ਮੈਜੋਰਿਟੀ ਲੋਕ ਇੱਥੇ ਹੀ ਉਹਨਾਂ ਨੂੰ ਕਿਉਂਟਣਾ ਚਾਹੁੰਦੇ ਨੇ। ਔਰ ਕੁਛ ਲੋਕ ਜਿਵੇਂ ਅੱਜ ਤੋਂ 100 ਸਾਲ ਪਹਿਲਾਂ ਚੋਰੀ ਛਿਪੇ ਜੋ ਕੰਮ ਅਸੀਂ ਕਰਦੇ ਸੀ, ਅੱਜ ਫਿਰ ਉਸੇ ਤਰ੍ਹਾਂ ਕਿਸ਼ਤੀ ਕਿਰਾਏ 'ਤੇ ਲੈ ਕੇ ਇੱਧਰ ਉੱਧਰ ਦੇਖ ਕੇ ਅਤੇ ਕਿਸੇ ਦਰਿਆ ਜਾਂ ਸਮੁੰਦਰ ਦੇ ਵਿੱਚ ਉਹ ਜਲ ਪ੍ਰਵਾਹ ਕਰ ਦਿੰਦੇ ਹਨ। ਲੇਕਿਨ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਮਿਨਿਸਟਰੀ ਆਫ ਇਨਵਾਇਰਨਮੈਂਟ ਜਾਂ ਹੋਰ ਕਈ ਕਿਸਮ ਦੇ ਇਸ਼ੂਜ਼ ਨੇ ਜਿਨ੍ਹਾਂ ਨੂੰ ਹੱਲ ਕਰਨ ਤੋਂ ਪਿੱਛੋਂ ਇਹ ਜਿਸ ਤਰ੍ਹਾਂ ਸ਼ਮਸ਼ਾਨ ਘਾਟ ਬਣੇ ਨੇ, ਉਸੇ ਤਰ੍ਹਾਂ ਹੀ ਅਸਥੀਆਂ ਪਾਉਣ ਵਾਲਾ ਇੱਕ ਘਾਟ ਜਿਹੜਾ ਪ੍ਰੋਪਰ ਹੋਵੇ, ਜਿੱਥੇ ਲੋਕ ਅਸਥੀਆਂ ਜਲ ਪ੍ਰਵਾਹ ਕਰ ਸਕਣ। ਉਸ ਦੇ ਸੰਬੰਧ ਦੇ ਵਿੱਚ ਅੱਜ ਅਸੀਂ ਦੋਨੋਂ ਫਿਊਨਰਲ ਹੋਮਸ ਜਿਹੜੇ ਸਾਡੇ ਭਾਈਚਾਰੇ ਦੇ ਨੇ, ਇੱਕ ਤਾਂ ਫਾਈਵ ਰਿਵਰ ਸੁਸਾਇਟੀ ਦੇ ਸਰ ਨਿੱਜਰ, ਮੇਰੇ ਯਾਦ ਆ ਕਿ ਜਿਵੇਂ ਅੱਜ ਅਸੀਂ ਬੈਠੇ ਹਾਂ, ਅੱਜ ਤੋਂ 24-25 ਸਾਲ ਪਹਿਲਾਂ ਨਿੱਜਰ ਸਾਹਿਬ ਇਸੇ ਤਰੀਕੇ ਨਾਲ, ਉਦੋਂ ਇਹਨਾਂ ਦੀ ਸਿਹਤ ਵੱਖਰੀ ਕਿਸਮ ਦੀ ਸੀ, ਲੁਕਸ ਦੇ ਵਿੱਚ ਫ਼ਰਕ ਪੈ ਜਾਂਦਾ, ਲੇਕਿਨ ਉਦੋਂ ਇੱਕ ਖੁਆਬ ਲੈ ਕੇ ਆਏ ਸਨ ਰੇਡੀਓ ਪੰਜਾਬ ਦੇ ਉੱਤੇ ਕਿ ਇੱਕ ਫਿਊਨਰਲ ਹੋਮ ਬਣਨਾ ਚਾਹੀਦਾ ਭਾਈਚਾਰੇ ਦੇ ਵਿੱਚ। ਇਹ ਮੰਗ ਉੱਠ ਰਹੀ ਹੈ ਔਰ ਉਸ ਤੋਂ ਬਾਅਦ ਇਹ ਲਗਾਤਾਰ ਚੱਲਦੇ ਰਹੇ ਔਰ ਕਾਮਯਾਬ ਹੋਏ ਅਤੇ ਉਹ ਫਿਊਨਰਲ ਹੋਮ ਹੁਣ 4 ਭੱਠੀਆਂ ਵਾਲਾ ਚੱਲ ਰਿਹਾ ਹੈ ਰਿਵਰ ਰੋਡ ਦੇ ਉੱਤੇ ਡੈਲਟਾ ਦੇ ਵਿੱਚ। ਅਤੇ ਇਸੇ ਤਰ੍ਹਾਂ ਹੀ ਸਰ ਮਨਜੀਤ ਸਿੰਘ ਸੋਹੀ ਨੇ ਐਬਸਫੋਰਡ ਦੇ ਵਿੱਚ ਇਹਨਾਂ ਦੇ ਜਿਹੜੇ ਗਰੁੱਪ ਨੇ ਬੈਠ ਕੇ ਇੱਕ ਸੁਪਨਾ ਲਿਆ। ਇਸੇ ਪ੍ਰੋਗਰਾਮ 'ਚ ਪਹਿਲ ਆਏ ਤਾਂ ਉਸ ਦੇ ਵਿੱਚ ਦਰਸ਼ਨ ਜੀ ਅਤੇ ਸੋਹੀ ਜੀ ਦੋਨੇ ਹੀ ਇਹਨਾਂ ਹੀ ਸਾਡੇ ਕੁਰਸੀਆਂ 'ਤੇ ਬੈਠੇ ਅਤੇ ਇਹਨਾਂ ਨੇ ਗੱਲਬਾਤ ਕੀਤੀ ਅਤੇ ਇਵੈਂਚੁਅਲੀ ਉਹ ਸੁਪਨਾ ਪੂਰਾ ਹੋਇਆ ਭਾਈਚਾਰੇ ਦਾ, ਅਤੇ ਉਹ ਵੀ ਫਿਊਨਰਲ ਹੋਮ ਜਿਹੜਾ 3 ਭੱਠੀਆਂ ਵਾਲਾ ਐਬਸਫੋਰਡ ਦੇ ਵਿੱਚ ਚੱਲ ਰਿਹਾ ਹੈ। ਲੇਕਿਨ ਹੁਣ ਅਸਥੀਆਂ ਪਾਉਣ ਬਾਰੇ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਔਰ ਇਹ ਬੇਸ਼ੱਕ ਕੁਛ ਲੋਕਾਂ ਲਈ ਨਵੀਂ ਗੱਲ ਹੋਵੇ, ਲੇਕਿਨ ਇਹਨਾਂ ਦੋਨਾਂ ਨੇ ਪਹਿਲਾਂ ਹੀ ਇਸ ਦੇ ਬਾਰੇ ਜਦ ਵੀ ਫਿਊਨਰਲ ਹੋਮ ਬਣੇ ਤਾਂ ਇਹ ਗੱਲਬਾਤ ਉਦੋਂ ਵੀ ਚੱਲੀ ਸੀ, ਕਿੱਥੇ ਜਾ ਕੇ ਖੜ੍ਹ ਗਈ, ਹੁਣ ਅੱਗੇ ਕਿਵੇਂ ਤੁਰੇਗੀ, ਇਸ ਬਾਰੇ ਆਪਾਂ ਡਿਸਕਸ ਕਰਨਾ ਅਤੇ ਸਿਰ ਜੋੜ ਕੇ ਬੈਠੇ ਹਾਂ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਇਸ ਕਿਸਮ ਦੀ ਪਰਮਿਸ਼ਨ ਲੈਣ ਤੋਂ ਪਿੱਛੋਂ ਇਹ ਅਸਥੀਆਂ ਪਾਉਣ ਵਾਲਾ ਘਾਟ ਫਰੇਜ਼ਰ ਦਰਿਆ ਦੇ ਉੱਤੇ ਜਾਂ ਸਮੁੰਦਰ ਕਿਨਾਰੇ ਬਣ ਸਕੇ। ਪਹਿਲਾਂ ਨਿੱਜਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਤੇ ਸੋਹੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ। ਤਿੰਨ ਸਾਹਿਬ ਮੁੱਦਤਾਂ ਬਾਅਦ ਸਰੋਤਿਆਂ ਦੇ ਰੂਬਰੂ ਹੋਣ ਦਾ ਸ਼ੁਕਰੀਆ ਅਤੇ ਇਸੇ ਖੁਸ਼ੀ ਦੇ ਵਿੱਚ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿੱਜਰ ਸਾਹਿਬ, ਜਦੋਂ ਤੁਸੀਂ ਉਹ ਫਿਊਨਰਲ ਹੋਮ ਬਣਾਇਆ ਉਦੋਂ ਸ਼ਮਸ਼ਾਨ ਘਾਟ ਦੇ ਨਾਲ ਹੋਰ ਕੀ ਆਈਡੀਆ ਸੀ, ਖਾਸ ਤੌਰ 'ਤੇ ਅਸਥੀਆਂ ਪਾਉਣ ਲਈ, ਜਲ ਪ੍ਰਵਾਹ ਕਰਨ ਲਈ ਕੀ ਸੋਚਿਆ ਸੀ ਉਦੋਂ? ਤਿੰਨ ਸਾਹਿਬ ਹਸਤੀਆਂ ਪਾਉਣ ਵਾਸਤੇ ਵੀ ਆਪਾਂ
ਸੀਗਾ ਸੋਚ ਵੀ ਆਪੇ ਲਾਗੇ ਕਿਤੇ ਉੱਥੇ ਫਿਊਨਲ ਹੋਮ ਦੇ ਕੋਈ ਸਥਾਨ ਦੇਖੀਏ। ਦੋ ਦਿਮਾਗ ਵਿੱਚ ਸੀਗੇ ਜਿਹੜੇ ਥਾਂ ਦੇਖੇ ਸੀਗੇ, ਇੱਕ ਤਾਂ ਹੂਸਟਨ ਤੇ ਰਿਵਰ ਰੋਡ ਦੇ ਲਾਗੇ ਸੀ, ਇੱਕ ਇੱਧਰਲੇ ਪਾਸੇ ਨੰਬਰ 7 ਤੇ ਰਿਵਰ ਰੋਡ ਇੱਧਰਲੇ ਪਾਸੇ ਦੇਖਦੇ ਸੀਗੇ, ਪਰ ਉਹ ਸਮਾਂ ਨਾ ਹੀ ਕਰਕੇ ਕਿਸੇ ਕਾਰਨ ਕਰਕੇ ਉਹ ਲੇਟ ਹੋ ਗਿਆ, ਉੱਧਰ ਨੂੰ ਧਿਆਨ ਨਹੀਂ ਦੇ ਹੋ ਰਿਹਾ। ਹੁਣ ਜੇ ਆਪਾਂ ਇਸ ਪੁਆਇੰਟ 'ਤੇ ਆਏ ਹਾਂ ਤਾਂ ਮੇਰਾ ਖਿਆਲ ਇਹ ਬਹੁਤ ਅੱਛਾ ਸਟੈਪ ਹੈ, ਤਾਂ ਆਪਾਂ ਨੂੰ ਇੱਥੇ ਸੋਚ ਕੇ ਬਿਲਕੁਲ ਇੱਕ ਮਨ ਹੋ ਕੇ ਸਾਰਿਆਂ ਨੂੰ ਇੱਧਰ ਨੂੰ ਇੱਥੇ ਕਾਮਯਾਬੀ ਲੈਣ ਦੀ ਲੋੜ ਹੈ। ਸਰ ਮਨਜੀਤ ਸਿੰਘ ਸੋਹੀ ਜੀ, ਜਦੋਂ ਤੁਸੀਂ ਫਿਊਨਰਲ ਹੋਮ ਬਣਾਇਆ ਉਦੋਂ ਵੀ ਇਹ ਗੱਲ ਚੱਲੀ ਸੀ ਕਿ ਇਸ ਤਰ੍ਹਾਂ ਦਾ ਘਾਟ ਬਣਨਾ ਚਾਹੀਦਾ, ਤੁਸੀਂ ਕਿੱਥੇ ਤੱਕ ਇਹ ਗੱਲ ਲੈ ਗਏ ਸੀ ਅਤੇ ਹੁਣ ਤੱਕ ਕੀ ਕੁਛ ਹੋਇਆ, ਕਿੱਥੇ ਕੰਮ ਖੜ੍ਹ ਗਿਆ? ਜੀ ਥਿੰਦ ਸਾਹਿਬ, ਪਹਿਲਾਂ ਤਾਂ ਇੱਕ ਵਾਰੀ ਫੇਰ ਤੁਹਾਡਾ ਅਤੇ ਰੈੱਡ FM ਅਦਾਰੇ ਦਾ ਬਹੁਤ ਬਹੁਤ ਧੰਨਵਾਦ। ਜਦੋਂ ਵੀ ਕੋਈ ਕਮਿਊਨਿਟੀ ਦੇ ਪ੍ਰੋਜੈਕਟ ਦੀ ਲੋੜ ਹੁੰਦੀ ਹੈ, ਜ਼ਰੂਰਤ ਹੁੰਦੀ ਹੈ, ਤੁਸੀਂ ਸਾਰਿਆਂ ਨੂੰ ਮੋਢੀਆਂ ਦੇ ਵਿੱਚੋਂ ਜਿੱਥੇ ਤੁਸੀਂ ਕਮਿਊਨਿਟੀ ਦੇ ਪ੍ਰੋਜੈਕਟ ਚੱਕਦੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ। ਮਿਹਰਬਾਨੀ। ਜਦੋਂ ਅਸੀਂ ਐਬਸਫੋਰਡ ਦੇ ਵਿੱਚ 2010 ਦੇ ਵਿੱਚ ਇਹ ਸੁਪਨਾ ਲਿਆ ਜੀ ਉੱਥੇ ਇੱਕ ਫਿਊਨਲ ਹੋਮ ਬਣਾਉਣ ਦਾ, 2013 ਦੇ ਵਿੱਚ ਅਸੀਂ ਉਹਨੂੰ ਚਾਲੂ ਕਰ ਲਿਆ, ਚਾਲੂ ਕਰਕੇ ਕਮਿਊਨਿਟੀ ਦੇ ਸਪੁਰਦ ਕਰ ਦਿੱਤਾ। ਤਾਂ ਨਾਲ ਦੀ ਨਾਲ ਇੱਕ ਦੇਖੋ, ਫਿਊਨਲ ਹੋਮ ਬਣਾਉਣ ਦੇ ਪਿੱਛੇ ਇੱਕ ਗੱਲ ਸੀ, ਅੱਜ ਤੋਂ 100 ਸਾਲ ਪਹਿਲਾਂ ਸਾਡੇ ਪੁਰਖੇ ਇਹਨਾਂ ਸ਼ਹਿਰਾਂ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਸਾਡੇ ਲੋਕਲ ਅਖਬਾਰ ਦੇ ਵਿੱਚ ਖਬਰ ਛਪੀ ਹੋਈ ਹੈ, ਜਦੋਂ ਸੰਸਕਾਰ ਕਰਦੇ ਸੀ ਉਹ ਜੰਗਲਾਂ ਵਿੱਚ ਜਾ ਕੇ, ਉਹ ਜੰਗਲਾਂ ਵਿੱਚ ਸੰਸਕਾਰ ਕਰਨ ਦਾ ਹੌਲੀ ਹੌਲੀ ਜੋ ਮੇਨ ਸਟਰੀਮ ਕਮਿਊਨਿਟੀ ਸੀ, ਗੋਰੀ ਕਮਿਊਨਿਟੀ ਸੀ, ਉਹਨਾਂ ਨੂੰ ਪਤਾ ਲੱਗ ਗਿਆ। ਅਖਬਾਰ ਦੇ ਵਿੱਚ ਖਬਰ ਛਪੀ, ਹਿੰਦੂਜ਼ ਬਰਨਿੰਗ ਬਾਡੀਜ਼। ਉਹ ਬੜੀ ਸਾਨੂੰ ਖਟਕਦੀ ਸੀ। ਉਹ ਖਟਕਣ ਦੇ ਨਾਲ ਨਾਲ ਫਿਊਨਲ ਹੋਮ ਦਾ ਚਲੋ ਅਸੀਂ ਇੱਕ ਅਦਾਰੇ ਦਾ ਕੰਮ ਕਰ ਦਿੱਤਾ, ਅਤੇ ਨਾਲ ਉਹ ਤੋਂ ਬਾਅਦ ਦੂਸਰੀ ਗੱਲ ਚੱਲੀ ਵੀ ਜਦੋਂ ਜਿਉਂ-ਜਿਉਂ ਸਾਡੀ ਪਾਪੂਲੇਸ਼ਨ ਇੱਥੇ ਵੱਧਦੀ ਹੈ, ਜਿਹੜਾ ਅਸਥੀਆਂ ਦਾ ਹਿੰਦੁਸਤਾਨ ਲੈ ਕੇ ਜਾਣ ਦਾ ਕੰਮ ਹੈ, ਚਾਹੇ ਉਹ ਹਰਿਦੁਆਰ ਸਾਹਿਬ ਲੈ ਕੇ ਜਾਣੇ ਨੇ, ਚਾਹੇ ਉਹ ਕੀਰਤਪੁਰ ਸਾਹਿਬ ਲੈ ਕੇ ਜਾਣੇ ਨੇ, ਇਵੈਂਚੁਅਲੀ ਇਹ ਘਟ ਜਾਏਗਾ। ਉਹਦੇ ਲਈ ਸਾਨੂੰ ਜੋ ਅਸੀਂ 100 ਸਾਲ ਪਹਿਲਾਂ ਕੰਮ ਕਰਦੇ ਸੀ, ਸਾਡੇ ਪੁਰਖਿਆਂ ਨੂੰ ਕਰਨੇ ਪੈਂਦੇ ਸੀ। ਜੇ ਅੱਜ ਅਸੀਂ ਵੀ ਇੰਨਾ ਸਾਡੀ ਕਮਿਊਨਿਟੀ ਦੇ ਵਿੱਚ ਪੋਲੀਟੀਕਲ ਪਾਵਰ ਹੈ, ਫਾਈਨੈਂਸ਼ੀਅਲ ਪਾਵਰ ਹੈ, ਸਾਡੇ ਕੋਲ ਬਿਜ਼ਨਸ ਪਾਵਰਸ ਨੇ, ਸਾਡੇ ਕੋਲ ਬਹੁਤ ਕੁਛ ਦਿੱਤਾ ਹੋਇਆ ਸਤਿਗੁਰ ਦਾ, ਅਸੀਂ ਅੱਜ ਵੀ ਆਪਣੇ ਜੋ ਸਾਡੇ ਰਿਚੁਅਲ ਨੇ, ਜੋ ਸਾਡੀ ਰਹਿਤ ਮਰਿਆਦਾ ਦੇ ਵਿੱਚ ਆਉਂਦਾ ਚੱਲਦੇ ਪਾਣੀ ਦੇ ਵਿੱਚ ਪਾਉਣ ਲਈ, ਜੇ ਅਸੀਂ ਉਹੀ ਕੰਮ ਅੱਜ ਕਰਦੇ ਹਾਂ ਵੀ ਅਸੀਂ ਤਰੱਕੀ ਕੀ ਕੀਤੀ, ਉਸ ਦੇ ਸੰਦਰਭ ਦੇ ਵਿੱਚ ਥਿੰਦ ਸਾਹਿਬ ਅਸੀਂ ਥੋੜ੍ਹੀ ਜਿਹੀ ਡਿਫਰੈਂਟ ਅਪਰੋਚ ਲਈ। ਸਾਡੀ ਅਪਰੋਚ ਇਹ ਸੀ, ਮੇਰੇ ਨਾਲ ਸਾਡੇ ਬੜੇ ਚੰਗੇ ਇੱਕ ਸਿਵਲ ਇੰਜੀਨੀਅਰ ਨੇ, ਉਹਨਾਂ ਨੇ ਮੈਨੂੰ ਫੋਰਵਰਡ ਕੀਤਾ ਹੋਇਆ ਉਹਦਾ ਨਾਂ ਲੈਣ ਤੋਂ, ਅਤੇ ਇੱਕ ਆਪਣੇ ਪੋਲੀਟੀਕਲ ਬਾਡੀ ਸੀ, ਅਸੀਂ 2-3 ਬੰਦਿਆਂ ਨੇ ਰਲ ਕੇ ਵੀ ਬਜਾਏ ਅਸੀਂ ਇਹਨੂੰ ਕਮਿਊਨਿਟੀ ਦੇ ਪੈਸੇ ਇਕੱਠੇ ਕਰਕੇ ਬਣਾਈਏ, ਸਾਨੂੰ 100 ਸਾਲ ਦੇ ਕਰੀਬ ਹੋ ਗਿਆ ਜੀ ਆਪਣੇ ਸੈਮੇਟਰੀ ਟੈਕਸ ਦਿੰਦਿਆਂ ਨੂੰ। ਇਹ ਵੀ ਦੱਸਣਾ ਚਾਹੁੰਦਾ ਮੈਂ ਕਿ ਅਸੀਂ ਜਿਹੜੇ ਵੀ ਹਾਊਸ ਹੋਲਡ ਓਨ ਕਰਦੇ ਆ, ਘਰ ਆਪਣੀ ਪ੍ਰੋਪਰਟੀ ਓਨ ਕਰਦੇ ਆ, ਸਾਰੀਆਂ ਮਿਊਨਿਸਪੈਲਿਟੀਜ਼ ਦੇ ਵਿੱਚ ਹੀ, ਇਕੱਲੀ ਐਬਸਫੋਰਡ ਤੇ ਸਰੀ ਦੀ ਨਹੀਂ, ਮੈਂ ਤੁਹਾਨੂੰ ਸਾਰੀ ਮਿਊਨਿਸਪੈਲਿਟੀਜ਼ ਦੇ ਵਿੱਚ ਹੀ ਅਸੀਂ ਸੈਮੇਟਰੀ ਟੈਕਸ ਪੇ ਕਰ ਰਹੇ ਹਾਂ। ਹਾਂਜੀ, ਸਾਨੂੰ 100 ਸਾਲ ਹੋ ਗਿਆ ਜੀ ਸੈਮੇਟਰੀ ਟੈਕਸ ਪੇ ਕਰਦਿਆਂ ਨੂੰ। ਜੇ ਮੈਂ ਤੁਹਾਨੂੰ ਲਿਸਟ ਗਣਾਵਾਂ, ਸਰੀ ਸੈਂਟਰ ਸੈਮੇਟਰੀ 14 ਏਕੜ 'ਚ ਹੈ, ਹੈਜ਼ਲਮੀਰ 2 ਏਕੜ 'ਚ ਹੈ, ਸਨੀ ਸਾਈਡ 28 ਏਕੜ ਦੇ ਵਿੱਚ ਹੈ, ਮਾਊਂਟ ਵਿਊ 106 ਏਕੜ ਦੇ ਵਿੱਚ ਹੈ, ਐਬਸਫੋਰਡ ਦੀ ਹੇਜ਼ਲਵੁੱਡ 35 ਏਕੜਾਂ ਦੇ ਵਿੱਚ ਹੈ। ਇਹ ਸਾਨੂੰ 100 ਸਾਲ ਦੇ ਟੈਕਸ ਦਿੰਦਿਆਂ ਨੂੰ ਹੋ ਗਏ। ਜਦ ਤੱਕ ਦੁਨੀਆ ਰਹਿੰਦੀ ਆ ਉਦੋਂ ਤੱਕ ਅਸੀਂ ਇਹਦਾ ਟੈਕਸ ਦਿਆਂਗੇ। ਸਾਡੀ ਸੋਚ ਇਹ ਸੀ ਵੀ ਜੇ ਸਾਡੇ ਨਾ ਤਾਂ ਬੰਦੇ ਆਪਣੇ ਅੱਜ ਤੱਕ ਗਏ ਨੇ ਜੀ ਸੈਮੇਟਰੀ ਦੇ ਵਿੱਚ, ਅਸੀਂ ਦਫਨਾਏ ਨੇ, ਨਾ ਹੀ ਅਸੀਂ ਦਫਨਾਉਣੇ ਨੇ। ਜੇ ਅਸੀਂ ਨਹੀਂ ਦਫਨਾਏ ਤਾਂ ਜਿਹੜੇ ਫਿਊਨਲ ਹੋਮ ਸੀ, ਫਿਊਨਲ ਹੋਮ ਇੱਕ ਪ੍ਰਾਈਵੇਟ ਅਦਾਰੇ ਹੋਣ ਕਰਕੇ ਅਸੀਂ ਗਵਰਨਮੈਂਟ ਨੂੰ ਨਹੀਂ ਕਹਿ ਸਕਦੇ ਸੀ ਵੀ ਸਾਨੂੰ ਬਣਾ ਕੇ ਦਿਓ। ਪਰ ਜੇ ਲੋਕਲ ਸਰਕਾਰਾਂ ਸੈਮੇਟਰੀ ਦਾ ਟੈਕਸ ਸਾਤੋਂ ਲੈ ਕੇ, ਇਸ ਦੇ ਬਾਵਜੂਦ ਹੁੰਦੇ ਹੋਏ ਵੀ ਅਸੀਂ ਉੱਥੇ ਜਾਣਾ ਨਹੀਂ, ਸਾਡੇ ਵਾਸਤੇ ਕੋਈ ਸਾਡਾ ਅਸਥੀਆਂ ਦਾ ਜੁਗਾੜ ਨਹੀਂ ਕਰ ਸਕਦੇ, ਅਸੀਂ ਉਹ ਇਸ ਪ੍ਰੈਸ਼ਰ ਪਵਾ ਕੇ ਉਹਨਾਂ ਤੋਂ ਬਣਵਾ ਨਹੀਂ ਸਕਦੇ, ਫਿਰ ਸਾਡੇ ਲਈ ਇਹ ਜਿਹੜੀ ਪੋਲੀਟੀਕਲ ਪਾਵਰਸ ਦੀ ਜਾਂ ਜਿਹੜੀ ਫਾਈਨੈਂਸ਼ੀਅਲ ਪਾਵਰ ਦੀ ਜਾਂ ਜਿਹੜੀ ਮਸਲ ਸੌਖੀ ਦੀ ਗੱਲ ਹੈ, ਉਹ ਕੁਛ ਬੇਮਾਨੇ ਜਿਹੀ ਗੱਲ ਹੋ ਜਾਂਦੀ ਮੇਰੇ ਦਿਮਾਗ ਦੇ ਵਿੱਚ। ਇਹ ਗੱਲ ਬਿਲਕੁਲ ਮੈਂ ਕਹਿੰਦਾ ਵੀ ਜਿਹੜੇ ਆਮ ਲੋਕ ਨੇ ਉਹ ਸਮਝਣ ਕਿ ਅਸੀਂ ਸੈਮੇਟਰੀ ਟੈਕਸ, ਜਿਵੇਂ ਅਸੀਂ ਸਕੂਲ ਟੈਕਸ ਪੇ ਕਰਦੇ ਹਾਂ ਜਾਂ ਅਸੀਂ ਹੋਰ ਟੈਕਸ ਪੇ ਕਰਦੇ ਹਾਂ, ਸੂਅਰ ਦਾ ਟੈਕਸ ਪੇ ਕਰਦੇ ਹਾਂ, ਗਾਰਬੇਜ ਪਿਕਅਪ ਦਾ ਕਰਦੇ ਹਾਂ, ਇਸੇ ਤਰ੍ਹਾਂ ਅਸੀਂ ਸੈਮੇਟਰੀ ਜਿਹੜੇ ਸ਼ਮਸ਼ਾਨ, ਜਿਹੜੇ ਇੱਥੇ ਦਫਨਾਉਣ ਵਾਲੇ ਕਬਰਸਤਾਨ ਬਣੇ ਹੋਏ ਨੇ, ਉਹ ਕਬਰਾਂ ਦਾ ਵੀ ਅਸੀਂ ਪੇ ਕਰਦੇ ਹਾਂ, ਲੇਕਿਨ ਅਸੀਂ ਉਦੋਂ ਵਰਤਦੇ ਨਹੀਂ। ਸੋ ਸਾਡੇ ਜਿਹੜੇ ਉਹ ਟੈਕਸਿਸ ਜਾਂਦੇ ਨੇ ਪਿਛਲੇ 100 ਸਾਲ ਤੋਂ, ਸਾਡੇ ਪੁਰਖੇ ਪੇ ਕਰਦੇ ਰਹੇ, ਫਿਰ ਉਸ ਤੋਂ ਅਗਲੀ ਜਨਰੇਸ਼ਨ, ਉਸ ਤੋਂ ਅਗਲੀ ਜਨਰੇਸ਼ਨ, ਇਹ ਅਸੀਂ ਸੈਮੇਟਰੀ ਟੈਕਸ ਦੇ ਤੌਰ 'ਤੇ ਪੇ ਕਰ ਰਹੇ ਹਾਂ, ਜਿਹੜੀ ਅਸੀਂ ਕਦੇ ਇਸਤੇਮਾਲ ਹੀ ਨਹੀਂ ਕੀਤੀ, ਨਾ ਕਰਨੀ ਹੈ, ਕਿਉਂਕਿ ਸਾਡਾ ਜਿਹੜਾ ਸੱਭਿਆਚਾਰ ਅਤੇ ਸਾਡਾ ਸਿਸਟਮ ਵੱਖਰਾ।
ਸੋ ਇਸ ਕਰਕੇ ਉਹਨਾਂ ਫੰਡਸ ਦੇ ਵਿੱਚੋਂ ਸਾਨੂੰ ਫਿਊਨਰਲ ਹੋਮਸ ਲਈ ਜਾਂ ਇਸ ਕਿਸਮ ਦੇ ਜਿਹੜੇ ਸਾਡੇ ਰਿਚੁਅਲਸ ਨੇ ਉਹਦੇ ਮੁਤਾਬਕ ਉਹ ਫੰਡਿੰਗ ਦੇ ਵਿੱਚੋਂ ਪੈਸੇ ਦਿੱਤੇ ਜਾਣ ਮਿਊਨਿਸਪੈਲਿਟੀਜ਼ ਤੋਂ। ਉਹ ਪੈਸੇ ਆਲਰੇਡੀ ਪਏ ਨੇ। ਇਹ ਗੱਲ ਜਿਹੜੀ ਦੱਸ ਰਹੇ ਨੇ ਸਾਹਿਬ ਮਨਜੀਤ ਸਿੰਘ ਸੋਹੀ ਕਿ ਸਾਡਾ ਪਿਛਲੇ 100 ਸਾਲ ਤੋਂ ਪਿਆ ਸੈਮੇਟਰੀ ਟੈਕਸ ਦੇ ਪੈਸੇ ਨੇ, ਉਹਦੇ ਵਿੱਚੋਂ ਇਸਤੇਮਾਲ ਕੀਤੇ ਜਾਣ। ਹਾਂਜੀ, ਫਿਰ ਕੀ ਇੰਜੀਨੀਅਰ ਸਾਹਿਬ ਨੇ ਇਹਦੇ 'ਚੋਂ ਕੱਢਿਆ? ਅੱਛਾ, ਫਿਰ ਅਸੀਂ ਉਸ ਗੱਲ ਨੂੰ ਅੱਗੇ ਲਿਜਾ ਕੇ ਜੀ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ 'ਤੇ ਪ੍ਰੈਸ਼ਰ ਪਾਇਆ ਜਦੋਂ BC ਲਿਬਰਲ ਦੀ ਗਵਰਨਮੈਂਟ ਸੀ, ਮੈਸੀ ਬ੍ਰਿਜ ਬਣ ਰਿਹਾ ਸੀ ਅਤੇ ਉਸ ਨੂੰ ਅਸੀਂ ਇੰਨੇ ਕੁ ਕਾਮਯਾਬ ਸੀ ਵੀ ਉਸ ਡਿਜ਼ਾਈਨ ਦੇ ਵਿੱਚ ਪੀਅਰ ਬਣ ਰਿਹਾ ਸੀ ਜੋ ਪਾਰਟ ਆਫ ਇਨਫਰਾਸਟਰਕਚਰ ਹੋਣਾ ਸੀ। ਉਹ ਇੱਕ ਪਬਲਿਕ ਪੀਅਰ ਹੋਣਾ ਸੀ। ਪੀਅਰ ਦਾ ਮਤਲਬ ਜਿਸ ਤਰ੍ਹਾਂ ਤੁਹਾਡੇ ਆਪਣੇ ਲਾ ਲਓ ਬੋਰਡ ਵਾਕ ਲਾ ਲਓ, ਅਤੇ ਉੱਥੇ ਤੁਹਾਨੂੰ ਉਹ ਜੋ ਜਿਸ ਵੀ ਬੰਦੇ ਨੂੰ ਕਿਸੇ ਵੀ ਕਮਿਊਨਿਟੀ ਦੇ ਬੰਦੇ ਨੇ ਜਿਨ੍ਹਾਂ ਨੇ ਆਪਣੀਆਂ ਅਸਥੀਆਂ ਜਲ ਪ੍ਰਵਾਹ ਕਰਨੀਆਂ ਨੇ, ਉਹ ਫਰੇਜ਼ਰ ਦੇ ਆਪਣੇ ਮੈਸੀ ਟਨਲ ਦੀ ਜਿਹੜੀ ਆਰਮ ਸੀ ਉੱਥੇ ਬਣਦਾ ਸੀ। ਅਤੇ ਜਦੋਂ ਨਵੀਂ ਗਵਰਨਮੈਂਟ ਆਈ, ਨਵੀਂ ਗਵਰਨਮੈਂਟ ਦੇ ਨਾਲ ਸਾਡਾ ਬ੍ਰਿਜ ਵੀ ਗਿਆ ਅਤੇ ਸਾਡਾ ਵੀ ਗਿਆ। ਅੱਜ ਦੀ ਤਰੀਕ ਦੇ ਵਿੱਚ ਥਿੰਦ ਸਾਹਿਬ ਜੋ ਜੇ ਦੇਖਿਆ ਜਾਵੇ, ਮੈਂ ਹੁਣ ਨਾਂ ਲੈ ਕੇ ਗੱਲ ਕਰਾਂਗਾ, 2-4 ਨਾਂ, ਕੋਈ ਸਾਡੀ ਜ਼ਿੰਮੇਵਾਰੀ ਬਣਦੀ ਆ। ਰਵੀ ਕਾਲੋਂ ਜੀ ਨੇ, ਹੋ ਸਕਦਾ ਕੱਲ੍ਹ ਨੂੰ ਸਾਡੇ ਉਹ ਪ੍ਰੀਮੀਅਰ ਹੋਣ। ਹੈਰੀ ਬੈਂਸ ਜੀ ਨੇ ਸਾਡੀ ਕਮਿਊਨਿਟੀ ਦੇ, ਸਾਡੇ ਰਾਜ ਚੌਹਾਨ ਜੀ ਨੇ, ਰਚਨਾ ਸਿੰਘ ਨੇ, ਜਿਨੀ ਸਿਮ ਨੇ, ਇਹ ਸਾਰੇ ਸਾਡੀ ਕਮਿਊਨਿਟੀ ਦੇ ਮੈਂਬਰ ਨੇ। ਇਹਨਾਂ ਦੇ ਪੁਰਖਿਆਂ ਦੀਆਂ ਵੀ ਆਪਣੇ ਅਸਥੀਆਂ ਪ੍ਰਵਾਹ ਹੋਈਆਂ ਨੇ ਅਤੇ ਗਾਹਾਂ ਸਾਡਿਆਂ ਦੀਆਂ ਵੀ ਹੋਣੀਆਂ ਨੇ। ਇਹਦੇ ਲਈ ਜੇ ਇਹ ਸਰਕਾਰ ਦੇ ਵਿੱਚ ਬੈਠੇ ਨੇ, ਇਹਨਾਂ ਨੂੰ ਇਸ ਗੱਲ 'ਤੇ ਗੌਰ ਕਰਨੀ ਚਾਹੀਦੀ ਹੈ। ਮੈਂ ਤੁਹਾਨੂੰ ਥੋੜ੍ਹੇ ਜਿਹੇ 2 ਨੰਬਰ ਦਿੰਦਾ। ਸਾਡੀ ਜਿਹੜੀ ਲੋਅਰ ਮੇਨਲੈਂਡ ਦੀ 3,30,000 ਦੇ ਕਰੀਬ ਆਬਾਦੀ ਹੈ। ਅੱਛਾ ਜੀ। ਹਰੇਕ ਸਾਲ ਜਿਹੜੀ ਆਪਣੇ ਮੋਰਟੈਲਿਟੀ ਰੇਟ ਆ 0.8% ਹੈ BC ਦੇ ਵਿੱਚ ਹੀ। 2600 ਬੰਦਾ ਸਾਡਾ ਮਰਦਾ ਨੈਚੁਰਲ ਕਾਜ਼ਜ਼ ਦੇ ਵਿੱਚ, ਜਿਵੇਂ ਮਰਜ਼ੀ ਲਾ ਲਓ। ਉਹਦੇ ਨਾਲ ਦੀ ਨਾਲ ਜਿਹੜੀ ਸਾਡੀ ਪਾਪੂਲੇਸ਼ਨ ਬੇਸ ਦੇ ਵਿੱਚੋਂ ਜਿਹੜੇ ਘਰ ਅਸੀਂ ਓਨ ਕਰਦੇ ਹਾਂ, ਚਾਹੇ ਉਹ ਘਰ ਨੇ, ਚਾਹੇ ਅਪਾਰਟਮੈਂਟਾਂ ਨੇ, ਚਾਹੇ ਟਾਊਨ ਹਾਊਸ ਨੇ, ਟੈਕਸ ਪੇ ਕਰਦੇ ਆ, ਹਾਂ, ਜਿਹੜੇ ਓਨ ਕਰਦੇ ਆ, 1,20,000 ਘਰ ਹੈ ਸਾਡਾ। ਮੈਂ ਸਿਰਫ ਕਿਹੜੇ ਸ਼ਹਿਰਾਂ ਦੀ ਗੱਲ ਕਰਦਾ? ਸਰੀ, ਐਬਸਫੋਰਡ, ਡੈਲਟਾ, ਨਿਊ ਵੈਸਟ, ਬਰਨਵੀ, ਮਿਸ਼ਨ ਤੇ ਰਿਚਮੰਡ ਅਤੇ ਵੈਨਕੂਵਰ। ਇਹਨਾਂ ਸ਼ਹਿਰਾਂ ਦੀ ਗੱਲ ਕਰਦਾ ਮੈਂ, ਨਾ ਹਾਲੇ ਕਲੋਨੇ ਦੀ ਕਰਦਾ, ਨਾ ਕੈਮਲੂਪਸ ਦੀ ਕਰਦਾ, ਨਾ ਆਪਣੇ ਬਾਹਰਲਿਆਂ ਦੀ ਕਰਦਾ। ਲੋੜ ਉਹਨਾਂ ਨੂੰ ਵੀ ਪੈਣੀ ਆ। ਇਹ 1,20,000 ਅਸੀਂ ਘਰ ਦਿੰਦੇ ਹਾਂ। ਇੱਕ ਘਰ ਦੇ ਵਿੱਚੋਂ ਇਕੱਲੇ ਐਬਸਫੋਰਡ ਦੇ ਵਿੱਚੋਂ ਸਾਡੇ ਆਪਣੇ, ਤੁਹਾਨੂੰ ਦੱਸਿਆ ਵੀ ਆਪਣੇ 50 ਏਕੜ 'ਚ ਸਾਡੇ ਸੈਮੇਟਰੀਜ਼ ਨੇ। ਜੇ 50 ਏਕੜ ਦਾ ਇਕੱਲਾ ਘਾਹ ਕੱਟਣਾ ਹੋਵੇ, ਤੁਸੀਂ ਦੇਖੋ ਉਹਦਾ ਖਰਚਾ ਕੀ ਹੋਏਗਾ। ਉਹਦਾ ਖਰਚਾ ਕੌਣ ਦਿੰਦਾ? ਜਿਹੜਾ ਆਪਣੇ ਕੀ ਕਹਿੰਦੇ ਹੁੰਦੇ ਨੇ 10,000 ਸਾਡਾ ਪਰਿਵਾਰ, ਸਾਡੇ ਪਰਿਵਾਰਾਂ ਦੇ ਘਰ ਨੇ ਐਬਸਫੋਰਡ ਦੇ ਵਿੱਚ। ਵੀ ਸਾਡੀ ਪੁਸ਼ ਇਹ ਹੈ ਵੀ ਸਾਡੀਆਂ ਜਿਹੜੀਆਂ ਜ਼ਰੂਰਤਾਂ ਨੇ ਸਾਡੀ ਕਮਿਊਨਿਟੀ ਦੀਆਂ, ਸਾਡੀ ਸਾਊਥ ਏਸ਼ੀਅਨ ਕਮਿਊਨਿਟੀ, ਸਾਡੇ ਹਿੰਦੂ ਸਿੱਖ ਭਾਈਚਾਰੇ ਦੀਆਂ, ਇਹ ਅਸੀਂ ਟੈਕਸ ਦੇਣ ਨੂੰ ਨਹੀਂ ਜਵਾਬ ਦਿੰਦੇ। ਅਸੀਂ ਇਹ ਨਹੀਂ ਕਹਿੰਦੇ ਸਾਨੂੰ ਸਪੈਸੀਫਿਕ ਦਿਓ, ਕਿਉਂਕਿ ਜਿਹੜਾ ਸਾਡਾ ਟੈਕਸੇਸ਼ਨ ਦਾ ਸਿਸਟਮ ਹੈ, ਜਨਰਲ ਟੈਕਸੇਸ਼ਨ ਆ। ਫਿਊਨਰਲ ਹੋਮ ਲਈ ਸਾਨੂੰ ਮੰਗਣੇ ਹੋ ਸਕਦਾ ਅਸੀਂ ਕਾਨੂੰਨੀ ਤੌਰ 'ਤੇ ਉਹਨਾਂ ਨੂੰ ਕੁਛ ਨਾ ਕਹਿ ਸਕਦੇ, ਕਿਉਂ? ਫਿਊਨਰਲ ਹੋਮ ਪ੍ਰਾਈਵੇਟ ਨੇ। ਜੇ ਸਰਕਾਰਾਂ, ਜਦੋਂ ਸਾਨੂੰ 2005 ਦੇ ਵਿੱਚ ਐਬਸਫੋਰਡ ਦੇ ਵਿੱਚ ਫਿਊਨਰਲ ਹੋਮ ਦਾ ਪਹਿਲੀ ਵਾਰੀ ਕੰਮ ਚੱਲਿਆ ਸੀ, ਇਸ ਤੋਂ ਪਹਿਲਾਂ, ਉਦੋਂ ਇਸ ਕਰਕੇ ਉਹਨੂੰ ਕੰਡੈਮ ਕਰ ਦਿੱਤਾ ਸੀ ਕਾਊਂਸਲ ਨੇ। ਉਹ ਕਹਿੰਦੇ ਜੀ ਤੁਸੀਂ ਪ੍ਰਾਈਵੇਟ ਬਿਜ਼ਨਸ ਨਾਲ ਕੰਪੀਟ ਕਰਦੇ ਹੋ। ਲਾ ਆਫ ਕੰਪੀਟੀਸ਼ਨ ਹੈ ਜਿਹੜਾ, ਉਹਦੇ ਮੁਤਾਬਕ। ਅੱਜ ਦੀ ਘੜੀ ਦੇ ਵਿੱਚ ਸਾਡਾ ਸ਼ਹਿਰ 50 ਏਕੜ ਦੇ ਕਰੀਬ, ਸਰੀ 'ਚ 60 ਏਕੜ ਦੇ ਕਰੀਬ, ਮਾਊਂਟਨ ਵਿਊ ਜਿਹੜੀ ਸੈਮੇਟਰੀ ਵੈਨਕੂਵਰ ਦੇ ਆਪਣੇ ਫਰੇਜ਼ਰ ਦੇ ਉੱਪਰ ਆ, 100 ਏਕੜ ਥਾਂ ਜੀ ਉੱਥੇ। 6% ਸਾਡੀ ਆਬਾਦੀ ਆ। 6 ਏਕੜ ਤਾਂ ਸਾਡੇ ਬਣਦੇ ਨੇ ਨਾ। ਸਾਨੂੰ 6 ਏਕੜਾਂ ਦੇ ਹਿਸਾਬ ਨਾਲ ਕੁਛ ਤਾਂ ਕਰੋ ਸਾਡਾ। ਕਿ ਜਿਹੜੀ ਸਾਡੀ ਸੋਚ ਹੈ ਥਿੰਦ ਸਾਹਿਬ, ਉਹ ਇਹ ਹੈ, ਸਾਨੂੰ ਬਜਾਏ ਅਸੀਂ ਦੇਖੋ, ਸਾਨੂੰ ਪੈਸੇ ਇਕੱਠੇ ਕਰਨ ਦੀ ਤਕਲੀਫ ਨਹੀਂ। ਤਕਲੀਫ ਇਹ ਪ੍ਰੈਸੀਡੈਂਟ ਦੀ ਹੈ। ਅਸੀਂ ਕਿਉਂ ਪੈਸੇ ਇਕੱਠੇ ਕਰਕੇ ਦਈਏ ਜਦੋਂ ਅਸੀਂ ਟੈਕਸ ਦਿੰਦੇ ਹਾਂ ਹਰੇਕ ਸਾਲ? ਨਹੀਂ, ਦੇਖੋ, ਅਸੀਂ ਸਕੂਲ ਟੈਕਸ ਪੇ ਕਰਦੇ ਹਾਂ, ਸਾਡੇ ਬੱਚੇ ਪੜ੍ਹਦੇ ਆ ਉੱਥੇ। ਅਸੀਂ ਜਦੋਂ ਇਹ ਸਿਸਟਮ ਇਹੋ ਜਿਹਾ, ਤੁਹਾਡੇ ਬੱਚੇ ਪੜ੍ਹ ਵੀ ਹਟੇ ਤਾਂ ਵੀ ਅਸੀਂ ਪੇ ਕਰੀ ਜਾਂਦੇ, ਉਹਦਾ ਪੂਲ ਆਓ ਜੀ। ਇਸੇ ਤਰ੍ਹਾਂ ਸੈਮੇਟਰੀ ਟੈਕਸ ਵੀ ਜਿਹੜਾ ਅਸੀਂ 100 ਸਾਲ ਤੋਂ ਪੇ ਕਰਦੇ ਆ ਰਹੇ ਹਾਂ ਜੀ, ਪਰ ਸਾਡਾ ਤਾਂ ਕੋਈ ਉੱਥੇ ਬੰਦਾ ਦਫਨਾਉਂਦੇ ਨਹੀਂ ਹੋ ਜੀ। ਇਸ ਕਰਕੇ ਜਿਹੜੇ ਉਹ ਹਿੱਸਾ ਸਾਡੇ ਟੈਕਸਿਸ ਦਾ, ਉਹਦੇ ਵਿੱਚੋਂ ਜੇ ਚੁਆਨੀ ਭਰ ਵੀ ਦੇਣ, ਸਾਡਾ ਤਾਂ ਫਿਰ ਵੀ ਬਹੁਤ ਪੈਸੇ ਬਣਦੇ ਆ। ਤੁਸੀਂ ਜੇ ਇਹਨੂੰ ਬੇਸਿਕ ਤਰੀਕੇ ਨਾਲ ਦੇਖੋ, ਜਿਸ ਹਿਸਾਬ ਨਾਲ ਇਹਨੂੰ ਮੈਂ ਸੋਚਦਾ ਸੀ, ਜਦੋਂ ਜਿੰਨੇ ਸਾਡੇ ਟੈਕਸਿਸ ਦਿੱਤੇ ਹੋਏ ਨੇ, ਜਿਹਦੇ ਹਿਸਾਬ ਨਾਲ ਸਾਨੂੰ ਪੀਅਰ ਕ੍ਰੀਏਟ ਕਰਕੇ ਦਿੰਦੇ ਨੇ, ਇਹ ਇਨੀਸ਼ੀਏਟਿਵ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਲੈਣਾ ਚਾਹੀਦਾ।
ਉਹ ਇਸ ਕਰਕੇ ਲੈਣਾ ਚਾਹੀਦਾ ਹੈ ਕਿਉਂ ਉਹ ਮਿਊਨਿਸਪੈਲਿਟੀਜ਼ ਦੇ ਨਾਲ ਇੱਕ ਵਾਰ ਇਨਫਰਾਸਟ੍ਰਕਚਰ ਕ੍ਰੀਏਟ ਕਰਕੇ ਤੇ ਮੁੜ ਕੇ ਜਿਹੜੀਆਂ 5-7 ਸਾਡੀਆਂ ਲੋਕਲ ਮਿਊਨਿਸਪੈਲਿਟੀਜ਼ ਨੇ ਹੈਗੀਆਂ ਨੇ, ਇੱਕ ਬੰਦੇ ਦਾ 2 ਬੰਦਿਆਂ ਦੀ ਸਾਂਭ ਸੰਭਾਲ ਦੇ ਨਾਲ ਉਹ ਸਾਡਾ ਮੇਨਟੇਨੈਂਸ ਹੋ ਸਕਦਾ। ਨਹੀਂ, ਸੂਬਾ ਸਰਕਾਰ ਪੀਅਰ ਬਣਾ ਕੇ ਉਹ ਮਿਊਨਿਸਪੈਲਿਟੀ ਦੇ ਸਪੁਰਦ ਕਰ ਦੇਵੇ ਤਾਂ ਕਿ ਉਸ ਨੂੰ ਬਾਕਾਇਦਾ ਤੌਰ ਤੇ ਮੇਨਟੇਨ ਕੀਤਾ ਜਾ ਸਕੇ। ਲੋਕ ਉੱਥੇ ਜਾਣ, ਬਾਕਾਇਦਾ ਤੌਰ ਤੇ ਲੀਗਲੀ ਆਪਣੇ ਜਿਹੜਾ ਇਹ ਰਿਚੁਅਲ ਹੈ ਪੂਰਾ ਕਰ ਸਕਣ। ਚੋਰੀ ਛਿੱਪੇ ਕਿਸ਼ਤੀ 'ਚ ਹਨੇਰੇ ਸਵੇਰੇ ਜਾ ਕੇ ਤੁਸੀਂ ਆਪਣੀਆਂ ਅਸਥੀਆਂ ਸੁੱਟ ਕੇ ਉੱਥੋਂ ਵਾਪਸ ਆ ਜਾਂਦੇ ਹੋ। ਜੇ ਮਿਨਿਸਟਰੀ ਆਫ ਇਨਵਾਇਰਨਮੈਂਟ ਦੇ ਇੰਸਪੈਕਟਰ ਜਾਂ ਕੋਈ ਹੋਰ ਉੱਥੇ ਫੜ ਲੈਂਦੇ ਨੇ, ਉਹ ਤੁਹਾਨੂੰ ਜੁਰਮਾਨਾ ਕਰ ਸਕਦੇ ਨੇ। ਜਿਹੜਾ 100 ਸਾਲ ਪਹਿਲਾਂ ਸਾਡੇ ਨਾਲ ਹੁੰਦਾ ਸੀ ਉਹ ਅੱਜ ਹੋਏਗਾ ਜੀ। ਨਿੱਜਰ ਸਾਹਿਬ, ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਦੇਖੋ ਸਾਹਿਬ, ਮੈਂ ਤਾਂ ਇਹਨਾਂ ਸੋਈ ਸਾਹਿਬ ਨੇ ਬਹੁਤ ਹੀ ਡਿਟੇਲਸ ਦਿੱਤੀ ਆ, ਫੈਕਟਸ ਸਾਰੇ ਦੱਸੇ ਆ, ਉਹਦੇ ਬਾਰੇ ਸਾਰੀ ਜਿਹੜੀ ਅਪਰੋਚ ਕਰਨ ਬਾਰੇ ਸਾਰਾ ਕੁਝ ਡਿਟੇਲ ਦੱਸਿਆ। ਰਾਈਟ, ਉਹ ਘਾਟ ਪ੍ਰੋਪਰ ਬਣਨਾ ਚਾਹੀਦਾ ਜਿੱਦਾਂ ਆਪਾਂ ਦੇਖਦੇ ਹਾਂ, ਜਿੱਦਾਂ ਆਪਾਂ ਇੰਡੀਆ ਹੁੰਦਾ ਸੀ। ਮੈਂ ਤਾਂ ਸਿਰਫ ਪਹਿਲਾਂ ਇਸ ਕੰਸੈਪਟ ਬਾਰੇ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਵੀ ਇੱਥੇ ਆਪਾਂ ਇਹ ਕਰਦੇ ਕਿਉਂ ਆ। ਰਾਈਟ, ਇਹ ਦਰਿਆ 'ਚ ਹੋਣਾ ਚਾਹੀਦਾ ਜਾਂ ਸਮੁੰਦਰ 'ਚ ਹੋਣਾ ਚਾਹੀਦਾ? ਮੈਂ ਉਹ ਥੋੜ੍ਹਾ ਜਿਹਾ ਸਮਾਂ ਜੇ ਮੈਨੂੰ ਦਿਓ ਤਾਂ ਮੈਂ ਸ਼ਾਰਟ ਦੇ ਵਿੱਚ ਆਪਾਂ ਗੁਰਬਾਣੀ ਦੇ ਆਧਾਰ 'ਤੇ ਜਾਣਾ ਜੀ। ਗੁਰਬਾਣੀ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ, ਇਹ ਧੁਰ ਕੀ ਬਾਣੀ, ਉੱਥੋਂ ਤੁਰ ਤੋਂ ਜਿਸ ਸਾਗਰ ਪੈ ਪਿਆ ਦਾ। ਇਹ ਸਾਰੀ ਗੁਰਬਾਣੀ ਦੇ ਵਿੱਚੋਂ ਜੋ ਮੇਰੀ ਖੋਜ ਦੇ ਹਿਸਾਬ ਨਾਲ ਮੈਂ ਦੇਖਿਆ ਔਰ ਸਿਆਣਿਆਂ ਨੇ, ਉਹ ਮੈਂ 2 ਗੱਲਾਂ ਦੇਖੀਆਂ। ਕਿਹੜੀਆਂ? ਇੱਕ ਤਾਂ ਇਹ ਜਿਹੜੀ ਗੁਰਬਾਣੀ ਆ, ਹਜ਼ੂਰ ਸੱਚੇ ਪਾਤਸ਼ਾਹ ਨੇ ਪ੍ਰੈਕਟੀਕਲ ਜੀਵਨ ਹੈ ਗੁਰੂਆਂ ਦਾ, ਭਗਤਾਂ ਦਾ, ਰਿਸ਼ੀਆਂ ਮੁਨੀਆਂ ਦਾ। ਉਹਦੇ ਵਿੱਚ ਜੇ ਹਜ਼ੂਰ ਨੇ ਗੱਲ ਕੀਤੀ ਹੈ ਸੇਵਾ ਦੀ, ਅਤੇ ਤੀਜੇ ਪਾਤਸ਼ਾਹ ਨੇ 12 ਸਾਲ ਗਾਗਰ ਢੋ ਕੇ ਉਹ ਮਤਲਬ ਸੇਵਾ ਦਾ ਸਾਰੀ ਸੰਗਤ ਨੂੰ ਦੱਸਿਆ। ਜੇ ਨਾਮ ਸਿਮਰਨ ਲਈ ਕਿਹਾ ਤਾਂ ਫਿਰ ਕਿੱਲੀ ਨਾ ਫੜ ਕੇ ਸਾਰੀ ਰਾਤ ਖੜੇ ਰਹਿੰਦੇ ਸੀ। ਜੇ ਹੁਕਮ ਮੰਨਣ ਲਈ ਕਿਹਾ ਅਤੇ ਚੌਥੇ ਪਾਤਸ਼ਾਹ ਨੇ ਉਹ ਥੜੇ ਬਣਾਉਂਦੇ ਰਹੇ, ਢਾਉਂਦੇ ਰਹੇ। ਉਹ ਕਹਿੰਦੇ ਸਾਨੂੰ ਮਤਲਬ ਨਹੀਂ ਬਣਾਉਣ ਅਤੇ ਢਾਉਣ ਦੇ ਵਿੱਚ, ਸਿਰਫ ਅਸੀਂ ਤਾਂ ਮਤਲਬ ਹੁਕਮ ਮੰਨਣਾ। ਜੇ ਮਤਲਬ ਭਾਣੇ ਦੀ ਗੱਲ ਕਰੀਏ ਤਾਂ ਆਪਾਂ 6ਵੇਂ ਪਾਤਸ਼ਾਹ ਦੀ ਮਤਲਬ ਦੇਖੀਏ, ਉਹਨਾਂ ਦੀ ਹਿਸਟਰੀ, ਉਹ ਜੇ ਤੱਤੀ ਲੋਹ 'ਤੇ ਬੈਠਦੇ ਨਾ ਅਤੇ ਤੇਰਾ ਭਾਣਾ ਮਿੱਠਾ ਲਾਗੇ, ਉਹ ਕਦੀ ਮਤਲਬ ਪ੍ਰੂਵ ਨਹੀਂ ਸੀ ਹੋ ਸਕਦਾ। ਜਿੰਨੀ ਵੀ ਬਾਣੀ ਆ ਉਹ ਨਹੀਂ ਅੰਕਿਤ ਕੀਤੀ ਹੈ, ਥਿਊਰੀ ਜਿਹੜੀ ਆ ਉਹ ਪ੍ਰੈਕਟੀਕਲ ਜੀਵਨ ਕਰਕੇ ਦੱਸੀ ਹੈ। ਦੂਸਰੀ ਗੱਲ, ਇਹ ਜੋ ਕੁਝ ਦੱਸੀ ਆ ਇਹ ਇੱਦਾਂ ਨਹੀਂ ਗਾ ਵੀ ਸੁਣ ਸੁਣਾ ਕੇ ਦਿੱਤੀ। ਸੁਣ ਸੰਤਨ ਕੀ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ। ਉਹ ਹਰੇਕ ਚੀਜ਼ ਜਦੋਂ ਇਹ ਸੋਝੀ ਹੋ ਜਾਂਦੀ ਹੈ, ਖੋਜ ਅੰਦਰ ਦੀ ਸਰੀਰ ਦੀ, ਜੋ ਬ੍ਰਹਮੰਡੇ ਸੋਈ ਪਿੰਡੇ ਆ, ਅੰਦਰ ਸਰੀਰ ਦੇ ਵਿੱਚ ਵੀ ਆਪਣੇ ਉਹ ਬ੍ਰਹਮੰਡ ਸਾਰਾ ਇਹ ਅੰਦਰ ਹੈਗਾ। ਜਿਹੜੇ ਖੋਜਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਬ੍ਰਹਮੰਡ ਸਾਡੇ ਅੰਦਰ ਹੀ ਆ, ਲੇਕਿਨ ਆਪਾਂ ਬਾਹਰਲੀ ਖੋਜ ਦੇ ਵਿੱਚ ਪਏ ਹਾਂ। ਇਹਦੇ ਵਾਸਤੇ ਜਿਹੜੀ ਆਹ ਰਚਨਾ ਆ ਹਜ਼ੂਰ ਨੇ ਆਪਾਂ ਜੋ ਦੱਸਿਆ, ਉਹ ਖੋਜ ਦੇ ਵਿੱਚ ਸਾਚੇ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਪੁਰ ਸਾਜਿਆ, ਘੱਟ ਘੱਟ ਜੋਤ ਸਮੋਏ। ਇਹ ਕਿੰਨੀ ਫਿਲੋਸਫੀ ਇਹਦੇ ਵਿੱਚ ਸਾਰੀ ਰਚਨਾ ਦੀ ਹਜ਼ੂਰ ਨੇ ਆ 3 ਤੁਕਾਂ ਦੇ ਵਿੱਚ ਦੱਸ ਦਿੱਤੀ। ਉਹ ਸਾਜੇ ਜਦੋਂ ਸੁੰਨ ਸੀ, ਕੁਛ ਵੀ ਨਹੀਂ ਸੀਗਾ, ਨਾ ਪਾਣੀ ਸੀ ਨਾ ਹਵਾ ਸੀ, ਕੁਛ ਵੀ। ਉਹਦੇ ਵਿੱਚ ਕਹਿੰਦੇ ਪਹਿਲਾਂ ਹਵਾ ਪੈਦਾ ਕੀਤੀ, ਹਵਾ ਦੇ ਉੱਤੋਂ ਪਾਣੀ ਬਣਿਆ, ਪਾਣੀ ਦੇ ਉੱਤੋਂ ਤ੍ਰਿਪੁਰ ਸਾਜਿਆ। ਤ੍ਰਿਪੁਰ ਦੇ ਵਿੱਚ ਆਪਾਂ ਵੀ ਸਾਰੇ ਹੈਗੇ। ਸੋ ਇਹ ਪਾਣੀ ਦੇ ਵਿੱਚ ਐਂਡ ਹੋਣਾ ਚਾਹੀਦਾ। ਪਾਣੀ ਦੇ ਵਿੱਚ ਇਹ ਮਤਲਬ ਪਾਣੀ ਦੇ ਵਿੱਚ ਹੁਣ ਮਤਲਬ ਆਪਾਂ ਇਹ ਸਰੀਰ ਦੀ ਕੋਈ ਗੱਲ ਕਰ ਰਹੇ, ਸਰੀਰ ਦੀ ਉਹ ਵੀ ਆਪਾਂ ਨੂੰ ਦੱਸਿਆ। ਸਰੀਰ ਦਾ ਜਿਹੜਾ ਇਹ ਹੈਗਾ ਅਟੈਚਮੈਂਟ ਇਸ ਦੁਨੀਆ ਦੇ ਸੰਸਾਰ ਦੇ ਨਾਲ ਹੈ। ਜਿਹੜੀ ਆਤਮਾ, ਜਿਹੜੀ ਸੋਲ ਹੈ, ਉਹਦੀ ਅਟੈਚਮੈਂਟ ਪਰਮਾਤਮਾ ਦੇ ਨਾਲ ਹੈ। ਸੋ ਇਸ ਕਰਕੇ ਜਿਹੜਾ ਸਰੀਰ ਦਾ, ਕਈ ਵਾਰੀ ਆਪਾਂ ਕਿਉਂ ਉੱਥੇ ਜਾਂਦੇ ਹਾਂ ਕੀਰਤਪੁਰ ਸਾਹਿਬ ਜਾਂ ਹਰਦੁਆਰਾ ਸਾਹਿਬ, ਵੀ ਇਹ ਪਵਿੱਤਰ ਹੋ ਜਾਏ, ਇਹਦੀ ਮੁਕਤੀ ਹੋ ਜਾਏ, ਆਹ ਹੋ ਜਾਊਗੀ। ਸਰੀਰ ਦਾ ਇਹਦੇ ਨਾਲ ਕੋਈ ਕੰਸਰਨ ਨਹੀਂ ਗਾ। ਸਰੀਰ ਇੱਥੇ ਪੈਦਾ ਹੋਇਆ, ਇੱਥੇ ਡਿਸਪੋਜ਼ ਹੋ ਜਾਣਾ। ਉਹਦੇ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਨੇ ਆਪਾਂ ਦੱਸਿਆ, 5 ਤੱਤ ਕੋ ਤਾਂ ਰਚੋ, ਜਾਨੋ ਚਤੁਰ ਸੁਜਾਨ, ਜੇ ਤੇ ਉਪਜਾ ਨਾਨਕਾ, ਲੀਨ ਤਾਹੇ ਮਹਿਮਾਨ। ਇਹ 5 ਤੱਤਾਂ ਦਾ ਬਣਿਆ। 5 ਤੱਤਾਂ ਦਾ ਜਿਹੜੀ ਡਿਸਪੋਜ਼ ਹੋ ਜਾਣੀ ਹੈ ਬੋਡੀ, ਬਿਲਕੁਲ। ਇਹ ਕਿੱਦਾਂ ਮਤਲਬ ਡਿਸਪੋਜ਼ ਹੋਣੀ ਆ, ਉਹਦੇ ਵਾਸਤੇ ਮੈਂ ਸ਼ਾਰਟਕਟ ਮੈਂ ਦੱਸਦਾ ਵੀ ਹਜ਼ੂਰ ਨੇ ਉਹਦੇ ਵਾਸਤੇ ਵੀ ਦੱਸਿਆ ਵੀ ਸੰਸਾਰ ਦੇ ਜਿਹੜੀਆਂ ਵੱਡੀਆਂ ਸ਼੍ਰੇਣੀਆਂ ਆ ਉਹ 5 ਗਿਣੀਆਂ। ਉਹਦੇ 5 ਜਿਹੜੀਆਂ ਸ਼੍ਰੇਣੀਆਂ ਕਿੱਦਾਂ ਦਾਹ ਕਰਦੀਆਂ, ਉਹ ਕਿੱਦਾਂ ਇਹਨੂੰ ਡਿਸਪੋਜ਼ ਕਰਦੀਆਂ। ਇੱਕ ਦੱਜ ਹੈ, ਇੱਕ ਦੱਬੀਏ, ਇੱਕ ਨਾ ਕੁੱਤੇ ਖਾਏ,
ਇੱਕ ਪਾਣੀ ਵਿੱਚ ਸੁੱਟ ਗਏ, ਇੱਕ ਨਾ ਹੱਸਣ ਪਾਏ। ਸਾਡਾ ਪਾਣੀ 'ਚ ਸਿੱਟਣ ਵਾਲਾ। ਹਾਂ, ਇਹ ਜਿਹੜਾ ਆਪਣਾ ਬਜ਼ੁਰਗਾਂ ਨੇ ਕੀਤਾ, ਇਹ ਵੈਰੀ ਇਕਨੋਮਿਕ ਔਰ ਵੈਰੀ ਇਹ ਇਨਵਾਇਰਮੈਂਟਲ ਹੈ। ਇਹ ਤੇ ਖਰਚਾ ਘੱਟ ਆ ਔਰ ਇਨਵਾਇਰਮੈਂਟਲ ਹੈ। ਇੰਨੇ ਐਸ਼ਿਜ਼ ਹੈਗੇ ਉਹ ਸਮੁੰਦਰ 'ਚ ਪਾ ਕੇ, ਪਾਣੀ 'ਚ ਪਾ ਕੇ ਰੁੜ ਜਾਂਦਾ ਉਹਨੂੰ ਕੋਈ ਮਤਲਬ। ਇਸ ਕਰਕੇ ਇਹ ਜਿਹੜੀਆਂ ਇਹ ਵਿਸਤਾਰ ਤਾਂ ਆਪਾਂ ਜਿੰਨਾ ਮਰਜ਼ੀ ਗੱਲ ਹੈ, ਲੇਕਿਨ ਜਿਹੜੀ ਇਹ ਸਾਡੀ ਕੰਸੈਪਟ ਹੈ ਵੀ ਆਪਾਂ ਉੱਥੇ ਜਾਈਏ, ਮੁਕਤੀ ਹੁੰਦੀ ਸਰੀਰ ਦੀ। ਕਿਤੇ ਵੀ ਕਿੱਦਾਂ ਹੀ ਮਤਲਬ ਇਹਨੂੰ ਪਾਣੀ ਜਿੱਥੇ ਮਰਜ਼ੀ ਸਿੱਟ ਦਿਓ, ਇਹਦਾ ਕੋਈ ਫਰਕ ਨਹੀਂ ਪੈਂਦਾ। ਇਹਨੂੰ ਚੰਦਨ 'ਚ ਲੂ ਦਿਓ, ਚਾਹੇ ਮਹਾਰਾਜ ਗੁਰਬਾਣੀ 'ਚ ਦਾ ਪੰਜਾਬ ਬੈਸਟ। ਥੈਂਕ ਯੂ। ਨਿੱਜਰ ਸਾਹਿਬ ਨੇ ਦੱਸਦੀ ਹੈ ਇਹਦਾ ਜਿਹੜਾ ਧਾਰਮਿਕ ਅਤੇ ਅਧਿਆਤਮਿਕ ਪੱਖ ਕੀ ਆ। ਪਾਣੀ ਦੇ ਵਿੱਚ ਜਿਹੜੀਆਂ ਅਸਥੀਆਂ ਅਸੀਂ ਕਿਉਂ ਜਲ ਪ੍ਰਵਾਹ ਕਰਦੇ ਹਾਂ, ਸਾਡੇ ਜਿਹੜੇ ਗੁਰੂਆਂ ਨੇ, ਗੁਰਬਾਣੀ ਨੇ ਸਾਨੂੰ ਕੀ ਦੱਸਿਆ ਉਹੀ ਸਿੱਖਿਆ। ਪਰ ਟੈਕਨੀਕਲੀ ਜਾਂ ਇੱਥੇ ਇਸ ਸਿਸਟਮ ਦੇ ਮੁਤਾਬਕ ਅਸੀਂ ਟੈਕਸਸ ਪੇ ਕਰ ਰਹੇ ਹਾਂ, ਸੈਮੇਟਰੀ ਟੈਕਸ ਪੇ ਕਰ ਰਹੇ ਹਾਂ। ਸੋ ਸਾਡਾ ਇਹ ਹੱਕ ਬਣਦਾ ਕਿ ਸਰਕਾਰ, VC ਦੀ ਸਰਕਾਰ ਸਾਨੂੰ ਇਹ ਅਸਥੀਆਂ ਪਾਉਣ ਲਈ ਘਾਟ ਬਣਾ ਕੇ ਦੇਵੇ ਅਤੇ ਉਸ ਤੋਂ ਬਾਅਦ ਮਿਊਨਸਪੈਲਿਟੀ ਇਹਨੂੰ ਟੇਕ ਓਵਰ ਕਰੇ। ਟੈਕਨੀਕਲੀ ਜੇ ਸੋਹੀ ਸਾਹਿਬ ਦੇਖਿਆ ਜਾਏ, ਟੈਕਨੀਕਲਟੀ ਕੀ ਹੈ, ਕਿਉਂਕਿ ਮਿਨਿਸਟਰੀ ਆਫ ਇਨਵਾਇਰਮੈਂਟ ਨੇ ਇਹ ਵੀ ਦੇਖਣਾ ਕਿ ਅਸੀਂ ਤੁਹਾਨੂੰ ਬਣਾ ਦਈਏ ਉੱਥੇ ਫਿਰ ਕੀਰਤਪੁਰ ਵਾਲਾ ਹਾਲ ਨਾ ਹੋਵੇ। ਤੁਹਾਨੂੰ ਪਤਾ ਕੀਰਤਪੁਰ ਕਿਸ ਤਰੀਕੇ ਨਾਲ ਉਹ ਭਰ ਗਿਆ। ਹੁਣ ਡੈਥ ਰੇਟ ਜਿਸ ਤਰ੍ਹਾਂ ਤੁਸੀਂ ਦੱਸੀ ਆ, ਉਸ ਹਿਸਾਬ ਨਾਲ ਹੀ ਹਜ਼ਾਰਾਂ ਦੀ ਗਿਣਤੀ 'ਚ ਸਾਡੇ ਲੋਕ ਹੀ ਨੇ। ਗੋਰੇ ਵੀ ਕਈ ਅਸਥੀਆਂ ਆਪਣੀਆਂ ਜਲ ਪ੍ਰਵਾਹ ਕਰਦੇ ਨੇ। ਸੋ ਕਿਤੇ ਐਸਾ ਨਾ ਹੋਏ ਅਸੀਂ ਫਰੇਜ਼ਰ ਦੇ ਵਿੱਚ ਬਣਵਾ ਲਈਏ ਕਹਿ ਕਹਾ ਕੇ, ਔਰ ਉੱਥੇ ਫਿਰ ਇਸ ਤਰ੍ਹਾਂ ਹੱਡੀਆਂ ਜਮ੍ਹਾਂ ਹੋ ਜਾਣ ਅਤੇ ਉਹਦੇ ਨਾਲ ਕਈ ਕਿਸਮ ਦੀਆਂ ਦਿੱਕਤਾਂ ਪਬਲਿਕ ਦੇ ਵਿੱਚ ਹੋਰ ਅਸੰਤੁਸ਼ਟੀ ਵੱਧ ਜਾਏ ਸਾਡੇ ਪ੍ਰਤੀ। ਸੋ ਇਹਦੀ ਟੈਕਨੀਕਲ ਸਾਈਡ ਕੀ ਹੈ? ਹਾਂਜੀ ਤੇ ਸਾਹਿਬ, ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ, ਕੀਰਤਪੁਰ ਸਾਹਿਬ ਦੇ ਵਿੱਚ ਅੱਜ ਜੋ ਅਸਥੀਆਂ ਨੇ ਉਹ ਭਰਾ ਰਹੀਆਂ ਨੇ। ਅਸੀਂ ਜਿਸ ਦੁਨੀਆ ਦੇ ਹਿੱਸੇ 'ਚ ਰਹਿ ਰਹੇ ਹਾਂ, ਇਸ ਦੁਨੀਆ ਦੇ ਹਿੱਸੇ ਦੇ ਵਿੱਚ ਜਿਹੜੀ ਸਾਡੀ ਸੈਕੰਡ ਲਾਰਜੈਸਟ ਇਕੋਨਮੀ ਚੱਲ ਰਹੀ ਹੈ, ਉਹ ਸੀ ਫੂਡ 'ਤੇ ਚੱਲ ਰਹੀ ਹੈ। ਵਰਲਡ ਦੇ ਵਿੱਚ ਬੈਸਟ ਸੀ ਫੂਡ ਗਿਣਿਆ ਜਾਂਦਾ, ਜਿਹਦੇ ਵਿੱਚ ਸਾਡਾ ਆਪਣੇ ਫਿਸ਼ਰੀਜ਼ ਵਾਲਾ ਕੰਮ ਆ ਜਾਂਦਾ। ਅਸੀਂ ਜੇ ਉਸ ਐਸੈਟ ਨੂੰ ਨਹੀਂ ਪ੍ਰੋਟੈਕਟ ਕਰਦੇ, ਆਪਦੇ ਇਨਵਾਇਰਮੈਂਟ ਨੂੰ ਪ੍ਰੋਟੈਕਟ ਨਹੀਂ ਕਰਦੇ, ਫਿਰ ਸਾਨੂੰ ਹੋ ਸਕਦਾ ਇਹਦੀ ਸਾਡੀ ਇਕਨੋਮਿਕ ਪ੍ਰੋਬਲਮ। ਅੱਛਾ, ਆਮ ਤੌਰ 'ਤੇ ਕੀ ਹੁੰਦਾ, ਟੈਕਨੀਕਲੀ ਕੀ ਆ, ਜਿਹੜਾ ਜਿੱਥੇ ਵੀ BC ਦੇ ਵਿੱਚ ਕੋਈ ਚੱਲਦਾ ਪਾਣੀ ਹੈ, ਚਾਹੇ ਤੁਹਾਡੀਆਂ ਛੋਟੀਆਂ ਕ੍ਰੀਕਸ ਨੇ ਜਾਂ ਜਿਹੜੇ ਆਪਣੇ ਡਿਵੈਲਪਮੈਂਟ 'ਚ ਬੰਦੇ ਕੰਮ ਕਰਦੇ, ਉਹਨਾਂ ਦੇ ਕਈ ਵਾਰ ਵਾਹ ਵੀ ਪਏ ਨੇ, ਉਹ ਗਿਣੀ ਜਾਂਦੀ ਆ ਵੀ ਉਹ ਕੰਟਰੀਬਿਊਟਰੀ ਹੈਗੀ ਆ ਫਿਸ਼ ਹੈਬੀਟੈਟ ਲਈ। ਉਸ ਫਿਸ਼ ਹੈਬੀਟੈਟ ਨੂੰ ਬਚਾਉਣ ਲਈ ਜਿਹੜੇ ਫਿਸ਼ਰੀਜ਼ ਵਾਲੇ ਨੇ, ਜਿਹੜੇ ਟੈਕਨੀਕਲ ਨੇ, ਬਾਇਓਲੋਜਿਸਟ ਨੇ, ਉਹਨਾਂ ਦੇ ਕੰਸਰਨ ਇਹ ਨੇ ਵੀ ਜੇ 2600 ਬੰਦਾ ਤਾਂ ਤੁਹਾਡਾ ਮਰਦਾ, 5 ਮਿਲੀਅਨ ਸਾਡੇ ਸੂਬੇ ਦੀ ਆਬਾਦੀ ਹੈ, 35-40 ਹਜ਼ਾਰ ਬੰਦਾ ਉਹ ਮਰ ਗਿਆ। ਆਮ ਇੱਕ ਬੰਦੇ ਦੀਆਂ ਜਿਹੜੀਆਂ ਅਸਥੀਆਂ ਨੇ ਉਹ ਤਕਰੀਬਨ 2-2.5-3 ਪਾਉਂਡ ਦੇ ਕਰੀਬ ਹੋ ਜਾਂਦੀਆਂ ਨੇ ਵਿੱਚ, ਚਲੋ ਜੋ ਹੋਰ ਸਾਰਾ ਕੁਛ ਲਾ ਕੇ। 10 ਸਾਲ ਦੇ ਵਿੱਚ ਤਾਂ ਉੱਥੇ ਬਹੁਤ ਜਮ੍ਹਾਂ ਹੋ ਜਾਂਦਾ। ਤੁਸੀਂ ਹੁਣ ਇਹਨੂੰ ਇਹ ਪਰਪੈਚੁਅਲ ਗੱਲ ਹੈ ਅਤੇ ਇਹਦਾ ਕੀ ਬਣੇਗਾ? ਅੱਛਾ, ਜਦੋਂ ਅਸੀਂ ਪਹਿਲੀ ਵਾਰੀ ਇਹ ਅਪਰੋਚ ਕੀਤੀ ਸਿੰਘ ਸਾਹਿਬ, ਅਸੀਂ ਇੱਕ ਗੱਲ ਤੋਂ ਦੂਰ ਰਹੇ, ਬਜਾਏ ਸੁਜੈਸਟ ਕਰੀਏ। ਜਿਹੜੀ ਮੇਰੀ ਬੇਨਤੀ ਆ ਸਾਡੇ ਲਿਸਨਰਸ ਨੂੰ ਅਤੇ ਆਪਣੇ ਅਪਰੋਚ ਸੀ, ਉਹ ਇਹ ਬਜਾਏ ਅਸੀਂ ਉਹਨਾਂ ਨੂੰ ਸੁਜੈਸਟ ਕਰੀਏ ਵੀ ਸਾਨੂੰ ਇੱਥੇ ਬਣਾਓ, ਇੱਥੇ ਬਣਾਓ, ਅਸੀਂ ਤਾਂ ਇਸ ਕੰਮ 'ਚ ਪੈਣਾ ਹੀ ਨਹੀਂ। ਸਾਡਾ ਤਾਂ ਮਸਲਾ ਹੈ, ਸਾਨੂੰ ਤਾਂ ਅਸਥੀਆਂ ਪ੍ਰਵਾਹ ਕਰਨ ਵਾਸਤੇ ਕਿਤੇ ਥਾਂ ਬਣਾ ਕੇ ਦਿਓ ਜਿੱਥੇ ਤੁਹਾਡੀ ਫਿਸ਼ਰੀਜ਼ ਨਾ ਖਰਾਬ ਹੁੰਦੀ ਹੋਵੇ, ਜਿੱਥੇ ਤੁਹਾਡਾ ਇਨਵਾਇਰਮੈਂਟ ਨਾ ਖਰਾਬ ਹੋਵੇ, ਚੱਲਦਾ ਪਾਣੀ ਹੋਵੇ। ਅਸੀਂ ਜਾਈਏ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਭੇਦਭਾਵ ਤੋਂ ਉੱਥੇ ਜਾਈਏ। ਅੱਛਾ, ਉਹ ਜਦੋਂ ਰਿਸਰਚ ਵਾਲੀ ਗੱਲ ਚੱਲੀ, ਇਹ ਫਿਰ ਸਾਨੂੰ ਮੈਸੀ ਟਨਲ ਦੇ ਜਿਹੜਾ ਮੈਸੀ ਬ੍ਰਿਜ ਦੇ ਨਾਲ ਇਹ ਕੌਨਸੈਪਟ ਚੱਲਿਆ। ਉਹਦਾ ਕਾਰਨ ਕੀ ਸੀ? ਇੱਕ ਤਾਂ ਇਹ ਟਾਈਡਲ ਵਾਟਰਸ ਦੇ ਨੇੜੇ ਆ ਜਾਂਦਾ ਜੀ। ਅੱਛਾ, ਜਦੋਂ ਤੁਹਾਡੇ ਜਵਾਰ ਭਾਟੇ ਉੱਪਰ ਥੱਲੇ ਜਾਂਦੇ ਨੇ, ਉਹਦੇ ਨਾਲ ਜਿਹੜੀਆਂ ਮਾੜੀਆਂ ਮੋਟੀਆਂ ਜੇ ਕਿਤੇ ਰਹਿੰਦੀਆਂ ਵੀ ਨੇ, ਤੁਸੀਂ ਜੇ ਜਵਾਰ ਭਾਟਾ ਨੀਵਾਂ ਹੋਇਆ ਹੈ, ਤੁਹਾਡੇ ਟਾਈਡ ਲੋ ਟਾਈਡ ਹੈ, ਉੱਥੇ ਵੀ ਤੁਸੀਂ ਅਸਥੀਆਂ ਪ੍ਰਵਾਹ ਕਰਦੇ ਹੋ। ਜਦੋਂ ਹਾਈ ਟਾਈਡ ਨੇ ਆਉਣਾ, ਉਹਨੇ ਰੋੜ ਕੇ ਲੈ ਜਾਣਾ। ਹਾਂਜੀ, ਪਾਣੀ ਦਾ ਵੋਲਿਊਮ ਜ਼ਿਆਦਾ ਹੋ ਜਾਂਦਾ। ਉਹ ਵੋਲਿਊਮ ਦੇ ਵਿੱਚ ਜਿਹੜੀ ਤੁਹਾਡੀ ਪਰਸੈਂਟੇਜ ਹੈਗੀ ਹੈ। ਅਤੇ ਦੂਸਰੀ ਗੱਲ ਸਿੰਧ ਸਾਹਿਬ, ਇੱਕ ਅਸਥੀਆਂ ਦੀ ਜਿਹੜੀ ਵਿਸਕੋਸਿਟੀ ਹੁੰਦੀ ਹੈ, ਜੇ ਤੁਸੀਂ ਕੋਈ ਘਣਤਾ, ਹਾਂਜੀ, ਉਹ ਪਾਓ ਆਪਣੇ, ਉਹ ਜ਼ਿਆਦਾ ਆ ਥੋੜ੍ਹੀ ਜਿਹੀ ਆਮ ਮਿੱਟੀ ਨਾਲੋਂ, ਸਿਲਟ ਨਾਲੋਂ, ਕਿਸੇ ਕਾਰਨ ਕਰਕੇ ਵੀ ਉਹਦੇ ਕਰਕੇ ਉਹਨਾਂ ਨੂੰ ਹੇਠਾਂ ਬੈਠਣ ਦੇ ਜ਼ਿਆਦਾ ਚਾਂਸ ਨੇ ਅਤੇ ਮੁੜ ਕੇ ਬੈਠਣਗੇ ਅਤੇ ਬੇਅਦਬੀ ਹੁੰਦੀ ਹੈ। ਕਿ ਆਪਾਂ ਨੂੰ ਇਸ ਗੱਲ ਦੀ ਤਾਂ ਮਨਾਹੀ ਕੀਤੀ ਹੋਈ ਹੈ ਨਾ ਗੁਰਬਾਣੀ ਦੇ ਵਿੱਚ, ਅਤੇ ਨਾਲੇ ਆਪਣੀ ਰਹਿਤ ਮਰਿਆਦਾ ਦੇ ਵਿੱਚ ਵੀ ਅਸੀਂ ਇਹ ਮੋਨੂਮੈਂਟ ਨਹੀਂ ਕ੍ਰੀਏਟ ਕਰਨੇ ਆਪਣੇ। ਉਸ ਨੂੰ ਕਰੈਕਟ ਕਰਨ ਲਈ
ਜਿਹੜੇ ਆਪਣੇ ਮਿਨਿਸਟਰੀ ਵਾਲੇ ਬੰਦੇ ਸੀ ਉਹਨਾਂ ਨੇ ਆਲੇ ਦੁਆਲੇ ਦੇਖ ਕੇ, ਤੇ ਦੂਸਰੀ ਗੱਲ ਉਹ ਪ੍ਰੋਜੈਕਟ ਬਣਦਾ ਸੀ ਉਹਦੇ ਵਿੱਚ ਹੋ ਸਕਦਾ ਸੀ ਕਿਉਂਕਿ ਤੁਹਾਨੂੰ ਇਹ ਪ੍ਰੋਬਲਮਸ ਨਹੀਂ ਆਉਂਦੀਆਂ ਜੇ ਅਸੀਂ ਕਿਤੇ ਹੋਰ ਵੀ ਲੈ ਜਾਂਦੇ ਹਾਂ। ਸੁਜੈਸ਼ਨ ਆਉਂਦੀ ਸੀ ਬਾਨਸਟਨ ਆਈਲੈਂਡ 'ਤੇ ਲੈ ਜਾਓ ਜੀ, ਜਾਂ ਅਸੀਂ ਕਿਤੇ ਹੋਰ ਲੈ ਜਾਈਏ, ਜਾਂ ਮਿਸ਼ਨ ਬ੍ਰਿਜ ਦੇ ਥੱਲੇ ਕਰ ਦਈਏ। ਦੇਖੋ 20-50-100 ਕਿਲੋਮੀਟਰ ਚੱਲ ਕੇ ਤੁਹਾਨੂੰ ਕਿਤੇ ਲੀਗਲੀ ਤੁਹਾਡੇ ਆਪਣੇ ਮਿੱਤਰ ਪਿਆਰਿਆਂ ਦੇ ਰਾਈਟਸ ਕਰ ਦਿਓ, ਕੋਈ ਵੱਡੀ ਗੱਲ ਹੈ ਨਹੀਂ। ਉਹ ਕੰਮ ਹੋਣਾ ਚਾਹੀਦਾ ਜਿਹੜਾ ਲੀਗਲ ਹੈ, ਜਿਹੜਾ ਸਾਨੂੰ ਸਰਕਾਰ ਬਣਾ ਕੇ ਦੇਵੇ, ਕਿੱਥੇ ਬਣਾ ਕੇ ਸਮੇਂ ਲਈ ਠੀਕ ਚੱਲਦਾ, ਲੰਬੇ ਸਮੇਂ ਲਈ ਅਗਲੇ 100-200 ਸਾਲ ਤੱਕ ਸਾਨੂੰ ਇਹ ਨਾ, ਸਾਡੇ ਬੱਚੇ ਸਾਨੂੰ ਇਹ ਨਾ ਆ ਕੇ ਕਹਿਣ ਵੀ ਇਹ ਸੋਚਦੇ ਕੀ ਸੀ ਅਸੀਂ। ਤੁਹਾਡਾ ਖਿਆਲ ਹੈ ਕਿ ਜਿਹੜੀ ਮਿਨਿਸਟਰੀ ਆਫ ਐਨਵਾਇਰਨਮੈਂਟ ਦੀ ਹੀ ਜ਼ਿੰਮੇਵਾਰੀ ਲਾਈ ਜਾਏ ਕਿ ਤੁਸੀਂ ਸਰਵੇਖਣ ਕਰਕੇ ਸਾਨੂੰ ਢੁੱਕਵਾਂ ਥਾਂ ਲੱਭ ਕੇ ਦਿਓ ਜਿੱਥੇ ਪਾਣੀ ਦਾ ਫਲੋ ਜ਼ਿਆਦਾ ਹੋਵੇ, ਜਿਵੇਂ ਹਰਿਦੁਆਰ 'ਚ ਇਸੇ ਕਰਕੇ ਕੀਰਤਪੁਰ ਵਾਲਾ ਹਾਲ ਨਹੀਂ ਹੋਇਆ ਕਿਉਂਕਿ ਪਾਣੀ ਦਾ ਡਿਸਚਾਰਜ ਬਹੁਤ ਆ ਉੱਥੇ। ਸੋ ਇਹ ਮਿਨਿਸਟਰੀ ਆਫ ਐਨਵਾਇਰਨਮੈਂਟ ਵਾਲੇ ਲੱਭਣ, ਫਿਸ਼ਰੀ ਵਾਲੇ ਲੱਭਣ ਕਿ ਫਿਰ ਸਾਨੂੰ ਦੱਸਣ ਕਿ ਉੱਥੇ ਕਿੱਥੇ ਬਣ ਸਕਦਾ। ਹਾਂਜੀ, ਜਿਹੜੀ ਮੇਰੀ ਆਪਣੇ ਲਿਸਨਰਸ ਨੂੰ ਬੇਨਤੀ ਇਹ ਹੈ ਵੀ ਜਦੋਂ ਤੁਸੀਂ ਆਪਣੇ MLA ਨਾਲ, ਜਾਂ ਜਦੋਂ ਕੱਲ੍ਹ ਨੂੰ ਹੁਣ ਲੀਡਰਸ਼ਿਪ ਦੀ ਰੇਸ ਚੱਲਦੀ ਹੈ, ਆਪਣੇ ਕੈਂਡੀਡੇਟਸ ਆਉਂਦੇ ਨੇ, ਉਹਨਾਂ ਨੂੰ ਇਹ ਨਾ ਕਹੋ ਵੀ ਸਾਨੂੰ ਫਲਾਣੀ ਥਾਂ ਬਣਾ ਕੇ ਦਿਓ, ਕਿਉਂ ਅਸੀਂ ਐਕਸਪਰਟ ਹੈ ਨਹੀਂ। ਉਹ ਹੁੰਦਾ ਕੀ ਆ, ਜਦੋਂ ਅਸੀਂ ਉਹਨਾਂ ਨੂੰ ਸੁਜੈਸ਼ਨ ਕਰਦੇ ਹਾਂ ਕੁਛ, ਉਹ ਸਾਡੀ ਸੁਜੈਸ਼ਨ ਨੂੰ ਕਾਊਂਟਰ ਕਰਨ ਲਈ ਕਹਿੰਦੇ ਨੇ ਜੀ ਆਹ ਇਹਦੀਆਂ ਪ੍ਰੋਬਲਮਸ ਨੇ। ਅਸੀਂ ਤਾਂ ਉਹ ਰਾਹ ਹੀ ਨਹੀਂ ਪੈਣਾ। ਸਾਨੂੰ ਤਾਂ ਦਿੱਕਤ ਇਹ ਹੈ ਵੀ ਸਾਨੂੰ ਤਾਂ ਹੀ ਥਾਂ ਬਣਾ ਕੇ ਦਿਓ, ਜਿੱਥੇ ਮਰਜ਼ੀ ਬਣਾ ਕੇ ਦਿਓ। ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਸਿਆਣੇ ਹੋ, ਤੁਹਾਨੂੰ ਇਨਵਾਇਰਨਮੈਂਟ ਦਾ ਪਤਾ, ਤੁਹਾਨੂੰ ਫਿਸ਼ਰੀਜ਼ ਦਾ ਪਤਾ, ਦੱਸੋ ਕਿਹੜੀ ਥਾਂ ਸੂਟ ਪੈਂਦੀ ਆ, ਅਸੀਂ ਤਾਂ ਉੱਥੇ ਹੀ ਚਲੇ ਜਾਵਾਂਗੇ ਨਾ। ਇਹਦੇ ਕਰਕੇ ਨਾ ਜਿਹੜੀ ਆਪਣੇ ਮੈਸੀ ਟਨਲ ਦੇ ਜਿਹੜਾ ਪ੍ਰੋਜੈਕਟ ਆ ਉਹਦੇ ਨਾਲ ਬਣਦੇ ਆ, ਕਿਉਂ ਉੱਥੇ ਕੱਟ-ਵੱਟ ਤਾਂ ਕਰ ਹੀ ਰਹੇ ਨੇ, ਇਨਵਾਇਰਨਮੈਂਟ ਨੂੰ ਡਿਸਟਰਬ ਕਰ ਰਹੇ ਨੇ। ਇਹ ਉਸ ਪ੍ਰੋਜੈਕਟ ਦੇ ਨਾਲ ਰਲ ਕੇ ਇੱਕ ਕਮਿਊਨਿਟੀ ਦਾ ਪ੍ਰੋਜੈਕਟ ਬਣਦਾ, ਇੱਕ ਕਮਿਊਨਿਟੀ ਦਾ ਐਸੈਟ ਬਣਦਾ ਸਾਡੀ ਸਾਰੀ ਦਾ। ਇਹ ਇਕੱਲੇ ਸਾਊਥ ਏਸ਼ੀਅਨਸ ਦਾ ਨਹੀਂ, ਜਿਹੜੇ ਵੀ ਭਾਈਚਾਰੇ ਅਸਤੀਆਂ ਪਾਣੀ 'ਚ ਪ੍ਰਵਾਹ ਕਰਨੀਆਂ, ਜਲ ਪ੍ਰਵਾਹ ਕਰਨੀਆਂ ਚਾਹੁੰਦੇ ਨੇ, ਉਹਨਾਂ ਸਾਰਿਆਂ ਵਾਸਤੇ ਉਹ ਗੱਲ ਬਣਦੀ ਆ। ਇਹਦੇ ਕਰਕੇ ਜਿੰਨਾ ਕੁ ਅਸੀਂ ਆਪਣੇ ਆਪ ਨੂੰ ਇਹ ਟੈਕਨੀਕੈਲਿਟੀਜ਼ ਦੇ ਵਿੱਚੋਂ ਜਿਹੜੇ ਸਿਵਲ ਇੰਜੀਨੀਅਰ ਨੇ, ਹਾਈਡਰੋਲੋਜਿਸਟ ਨੇ, ਫਿਸ਼ਰੀਜ਼ ਵਾਲੇ ਨੇ, ਬਾਇਓਲੋਜਿਸਟ ਨੇ, ਸਰਕਾਰਾਂ ਕੋਲੇ ਬਹੁਤ ਡੈਪਥ ਹੈਗੀ ਉਹਨਾਂ ਗੱਲਾਂ ਦੀ, ਉਹਨਾਂ ਨੂੰ ਕਰਨ ਦਿਓ ਕੰਮ। ਸਾਡਾ ਤਾਂ ਮਸਲਾ ਸਾਡੀ ਇੱਕ ਫੈਸਿਲਿਟੀ ਦਾ, ਉਹ ਕਿੱਥੇ ਬਣਾਉਂਦੇ ਨੇ ਉਹਨਾਂ ਨੂੰ ਸੋਚਣ ਦਿਓ। ਕਿੰਨੇ ਦੀ ਬਣਦੀ ਆ ਇਹ ਸਰਕਾਰਾਂ ਦੀ ਮਰਜ਼ੀ ਹੈ, ਕਿ ਅਸੀਂ ਤੇ ਸਾਨੂੰ ਤਾਂ 100 ਸਾਲ ਹੋ ਗਿਆ ਟੈਕਸ ਦਿੰਦਿਆਂ ਨੂੰ। ਅਸੀਂ ਤੇ ਇਹ ਫੰਡ ਰੇਜ਼ਿੰਗ ਵਾਲੇ ਚੱਕਰ 'ਚ ਨਹੀਂ ਪੈਣਾ, ਅਸੀਂ ਉਹ ਨਹੀਂ ਕੰਮ ਕਰਨੇ। ਤੇ ਹਰ ਸਾਲ ਫੰਡ ਰੇਜ਼ ਕਰਦੇ, ਪੈਸੇ ਦੇ ਚੁੱਕੇ ਹਾਂ ਅਸੀਂ ਤਾਂ। ਅੱਜ ਫੰਡ ਰੇਜ਼ਿੰਗ ਦੇ ਸਾਰੇ ਆਪਣੇ ਜੋ ਤੁਹਾਡੇ ਲਿਸਨਰ ਨੇ ਸਾਰੇ ਫੰਡ ਰੇਜ਼ ਕਰਕੇ ਹਟੇ ਨੇ। ਤੁਹਾਡੇ ਸੈਮੇਟਰੀ ਦੇ ਇਕੱਲੇ ਸਾਡੇ ਐਵਸਪੋਰਟ ਦੀ ਗੱਲ ਦੱਸਦਾ ਤੁਹਾਨੂੰ, ਆਪਣੇ ਹਰ ਸਾਲ 2 ਲੱਖ ਦੇ ਕਰੀਬ ਡਾਲਰ ਟਰਾਂਸਫਰ ਹੁੰਦਾ ਸੈਮੇਟਰੀ ਕੇਅਰ ਫੰਡ ਦੇ ਵਿੱਚ। ਅੱਛਾ ਜੀ। ਹੁਣ ਇੱਕ ਘਰ ਨੂੰ ਲਾ ਲਓ $20 ਸਾਡੇ ਜਾਂਦੇ ਨੇ, 10,000 ਘਰ ਆ ਸਾਡਾ ਉੱਥੇ। ਅਤੇ ਹੁਣ ਉਹ ਸਾਡੇ ਫੰਡ ਸਾਰੇ ਦਿੱਤੇ ਹੋਏ ਨੇ। ਇਹਦੇ ਕਰਕੇ ਸਾਨੂੰ ਇੱਕ ਜ਼ਰੂਰਤ ਹੈਗੀ ਆ ਸਾਡੀ ਕਮਿਊਨਿਟੀ ਨੂੰ, ਜਿੱਥੇ ਜਿੱਥੇ ਤੁਸੀਂ ਬੈਠੇ ਹੋ, ਆਪਣੇ MLAs ਨੂੰ, ਆਪਣੇ MPs ਨੂੰ, ਆਪਣੇ ਕਾਉਂਸਲਰਸ ਨੂੰ। ਆਪਣੇ ਅਕਤੂਬਰ 'ਚ ਇਲੈਕਸ਼ਨਾਂ ਆ ਰਹੀਆਂ ਨੇ, ਜਿਹੜਾ ਬੰਦਾ ਤੁਹਾਡੇ ਘਰੇ ਵੋਟ ਮੰਗਣ ਆਉਂਦਾ ਉਹਨੂੰ ਬਜਾਏ ਆਪਣੀਆਂ ਲੋੜਾਂ ਦੱਸਣ ਦੇ, ਉਹ ਲੋੜਾਂ ਦੀ ਉਹਨਾਂ ਦੇ ਸਾਹਮਣੇ ਰੱਖੋ ਜਿਹੜੀਆਂ ਸਾਡੀਆਂ ਕਮਿਊਨਿਟੀ ਦੀਆਂ ਨੇ। ਜਦੋਂ ਸੁਣਨਗੇ ਉਹ ਤੁਹਾਨੂੰ ਬਣਾ ਕੇ ਦੇਣਗੇ ਕੁਛ। ਨਿੱਜਰ ਸਾਹਿਬ, ਤੁਸੀਂ ਅਖੀਰ 'ਚ ਕੀ ਕਹਿਣਾ ਚਾਹੋਗੇ? ਜੋ ਸੋਈ ਸਾਹਿਬ ਨੇ ਦੱਸਿਆ ਨਾ, ਫੈਕਟਸ ਫਿਗਰਸ ਜਿਹੜੀਆਂ ਸਾਰੀਆਂ, ਔਰ ਇਹਦੇ ਵਾਸਤੇ ਜਿਹੜੀ ਇਹਨਾਂ ਅਪਰੋਚ ਕੀਤੀ ਆ ਉਹ ਸਹੀ ਅਪਰੋਚ ਹੈ। ਇਹ ਇਸੇ ਤਰ੍ਹਾਂ ਹੋਣੀ ਚਾਹੀਦੀ ਆ। ਉਹ ਗਵਰਨਮੈਂਟ 'ਤੇ ਪ੍ਰੈਸ਼ਰ ਹੋਣਾ ਚਾਹੀਦਾ ਇਸ ਚੀਜ਼ ਦਾ। ਲੇਕਿਨ ਜਿਹੜੀ ਮੈਂ ਤਾਂ ਉਹੀ ਗੱਲ ਕਰਨੀ ਹੈ ਜਿਹੜੀ ਸਾਨੂੰ ਗੁਰੂ ਸਾਹਿਬ ਸੇਧ ਦਿੰਦੇ ਆ ਕਿ ਇਹ ਦੇਹ ਜਿਹੜੀ ਇਹ ਸਰੀਰ ਹੈ, ਇਹਨੂੰ ਇਹ ਵੀ ਨਹੀਂ ਮਤਲਬ ਜੇ ਅਜਿਹੇ ਐਵੇਂ ਛੱਡ ਦਿਓ। ਉਸ ਵਾਸਤੇ ਹਜ਼ੂਰ ਆਪਾਂ ਨੂੰ ਸੇਧ ਦਿੰਦੇ ਆ, ਘਾਟ ਵਸੇ ਚਰਨਾਰਵਿੰਦ ਰਸਨਾ ਜਪੇ ਗੋਪਾਲ, ਨਾਨਕ ਸੋ ਪ੍ਰਭ ਸਿਮਰਿਏ ਤਿਸ ਦੇਹੀ ਕੋ ਪਾਲ। ਇਹ ਸਤਿਕਾਰ ਨਾਲ ਰੱਖਦੇ, ਇਹਦਾ ਡਿਸਪੋਜ਼ ਆਫ ਵੀ ਜਿਹੜਾ ਉਹ ਸਤਿਕਾਰ ਨਹੀਂ ਹੋਣਾ ਚਾਹੀਦਾ। ਇਸ ਕਰਕੇ ਆਪਾਂ ਸਤਿਕਾਰਯੋਗ ਜਗ੍ਹਾ ਕੋਈ ਇਹੋ ਜਿਹੀ ਲੱਭਦੇ ਜਿੱਥੇ ਉਹਦਾ ਪ੍ਰੋਪਰ ਜਿਹੜਾ ਘਾਟ ਕਿੱਦਾਂ ਬਣਨਾ, ਉਹ ਸਾਰੇ ਵਿਚਾਰ ਕਰਕੇ ਉਸ ਤਰ੍ਹਾਂ ਥੋੜ੍ਹਾ ਜਿਹਾ ਡਿਜ਼ਾਈਨ ਤਾਂ ਬਾਅਦ 'ਚ ਹੋ ਜਾਏਗਾ, ਪਰ ਪਹਿਲਾਂ ਜਿਹੜਾ ਇਹ ਅਪਰੂਵ ਹੋਣਾ ਚਾਹੀਦਾ ਸਰਕਾਰ ਵੱਲੋਂ, ਅਤੇ ਪੈਸੇ ਸਾਡੇ ਦਿੱਤੇ ਹੋਏ ਆ। ਪੈਸੇ ਸਾਡੇ ਦਿੱਤੇ ਹੋਏ ਨੇ ਜੀ। ਨਿੱਜਰ ਸਾਹਿਬ ਜੀ ਅਤੇ ਸੋਹੀ ਸਾਹਿਬ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ। ਮਿਸਟਰ ਤਨ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਥੈਂਕ ਯੂ ਜੀ।